गुरु प्यारी साध संगत जी, ਅੱਜ ਦੇ ਸ਼ੋਅ ਦੇ ਵਿੱਚ ਮੈਂ ਆਪ ਜੀ ਦਾ ਸਵਾਗਤ ਕਰਦਾ ਹਾਂ ਔਰ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਜੈ ਗੁਰਦੇਵ ਬੁਲਾਉਂਦਾ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਸੰਗਤ ਜਾਣਦੀ ਹੈ, ਆਪ ਜਾਣਦੇ ਹੋ ਕਿ ਕਾਂਚੀ ਟੀਵੀ ਦੀ ਮੈਨੇਜਮੈਂਟ ਟੀਮ ਹਮੇਸ਼ਾ ਹੀ ਹੱਥ ਜੋੜ ਕੇ ਆਪ ਜੀ ਦੇ ਅੱਗੇ ਇਹ ਬੇਨਤੀਆਂ ਕਰਦੀ ਹੈ ਕਿ ਆਪ ਜੀ ਦੀ ਸਹਿਯੋਗ ਦੀ ਬਹੁਤ ਲੋੜ ਹੈ ਔਰ ਸਪੋਰਟ ਦੀ ਵੀ ਬਹੁਤ ਲੋੜ ਹੈ। ਔਰ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ, ਸਟੂਡੀਓ ਦੇ ਵਿੱਚ ਜੀਤ ਰਾਮ ਜੀ ਜੋ ਕਿ ਵੈਸਟ ਪ੍ਰੋਵਿੰਸ ਨਿਵਾਸੀ ਹਨ, ਉਹ ਆਪ ਚੱਲ ਕੇ ਅੱਜ ਉਹਨੇ 100 ਪਾਉਂਡ ਦਾਨ ਕੀਤਾ ਹੈ ਔਰ ਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ ਔਰ ਇਹਨਾਂ ਨੂੰ ਹੋਰ ਵੀ ਇਸ ਤਰ੍ਹਾਂ ਦਾਨੀ ਸੱਜਣ ਸਾਡੀ ਕੌਮ ਵਿੱਚ ਪੈਦਾ ਕਰਨ। ਔਰ ਇਸ ਦੇ ਨਾਲ ਲੱਗਦਾ ਹੀ ਇਹਨਾਂ ਦੇ ਨਾਲ ਪਰਸਾ ਰਾਮ ਜੀ ਆਏ ਹਨ ਜੋ ਕਿ ਵੱਡੇ ਤੌਰ 'ਤੇ ਯਾਨੀ ਕਾਂਚੀ ਟੀਵੀ ਦੇ ਸਪੋਰਟਰ ਹਨ ਔਰ ਜੀਤ ਰਾਮ ਜੀ ਵੀ ਬਹੁਤ ਹੀ ਇਹਨਾਂ ਦੀ ਸੇਵਾਵਾਂ ਹਨ ਔਰ ਇਹਨਾਂ ਦੀ ਵੀ ਬਹੁਤ ਹੀ ਸਪੋਰਟ ਹੈ ਕਾਂਚੀ ਟੀਵੀ ਨੂੰ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਚੰਨਾ ਕੇਟਰ ਬਾਰੇ ਜੋ ਕਿ ਵੈਸਟ ਪ੍ਰੋਵਿੰਸ ਵਿੱਚ ਹਨ, ਇਹਨਾਂ ਨੇ ਵੀ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਅੱਜ ਕਾਂਚੀ ਸਟੂਡੀਓ ਨਹੀਂ ਲੈ ਕੇ ਆਏ ਹਨ। ਬਹੁਤ ਹੀ ਸੁੰਦਰ ਸਰੂਪ ਔਰ ਨਵੇਂ ਸਾਲ ਦੇ ਨਹੀਂ ਵਧਾਈ ਸਾਰੀ ਸੰਗਤ ਨੂੰ ਦਿੰਦੇ ਹਨ ਔਰ ਇਹਨਾਂ ਨੇ ਕੈਲੰਡਰ ਛਪਾਏ ਹਨ ਔਰ ਕਾਂਚੀ ਟੀਵੀ ਨੂੰ ਨਾਲ ਲੱਗਦਾ ਨਹੀਂ 100 ਪਾਉਂਡ ਦਾਨ ਦਿੰਦੇ ਹਨ। ਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਨੂੰ ਚੜ੍ਹਦੀਆਂ ਕਲਾਂ ਔਰ ਤਰੱਕੀਆਂ ਵਿੱਚ ਹਮੇਸ਼ਾ ਹੀ ਲਿਜਾਣ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਸੇ ਤਰ੍ਹਾਂ ਸਾਰੀ ਹੀ ਸੰਗਤ ਦਾ ਸਹਿਯੋਗ ਕਾਂਚੀ ਟੀਵੀ ਨੂੰ ਚਾਹੀਦਾ ਹੈ। ਸਾਰੀ ਹੀ ਮੈਨੇਜਮੈਂਟ ਟੀਮ ਵੱਲੋਂ ਇਹਨਾਂ ਦਾਨੀ ਸੱਜਣ ਸਾਰੇ ਹੀ ਮੈਨੇਜਮੈਂਟ ਟੀਮ ਇਹਨਾਂ ਦਾ ਧੰਨਵਾਦ ਕਰਦੀ ਹੈ। ਔਰ ਇਸ ਦੇ ਨਾਲ ਲੱਗਦਾ ਹੀ ਇੱਕ ਅਨਾਊਂਸਮੈਂਟ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਕੱਲ੍ਹ 5 ਤਰੀਕ ਨੂੰ 3 ਵਜੇ ਕਾਂਚੀ ਸਟੂਡੀਓ ਦੇ ਵਿੱਚ ਇੱਕ ਮੀਟਿੰਗ ਰੱਖੀ ਜਾਵੇਗੀ ਔਰ ਸਾਰੀ ਹੀ ਸੰਗਤ ਨੂੰ ਖੁੱਲ੍ਹਾ ਸੱਦਾ ਹੈ। ਆਪ ਆਓ ਔਰ ਆਪਣੇ ਵਿਚਾਰ ਸਾਂਝੇ ਕਰੋ ਮੈਨੇਜਮੈਂਟ ਟੀਮ ਦੇ ਨਾਲ, ਕਿਸ ਤਰ੍ਹਾਂ ਪ੍ਰੋਗਰਾਮ ਜਾ ਰਹੇ ਹਨ ਔਰ ਕਿਸ ਤਰਫ ਸਾਨੂੰ ਜਾਣਾ ਚਾਹੀਦਾ ਹੈ। ਸੋ ਸਾਰੇ ਹੀ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਦੀ ਮੀਟਿੰਗ ਵਿੱਚ ਤੁਸੀਂ ਕਾਂਚੀ ਸਟੂਡੀਓ ਵਿਖੇ ਆਪ ਜੀ ਆਪਣੇ ਸੁਝਾਅ ਲੈ ਕੇ ਆਓ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਸ਼ੋਅ ਦੇ ਵਿੱਚ ਆਪਾਂ ਵਿਚਾਰ ਆਪ ਜੀ ਦੇ ਅੱਗੇ ਰੱਖਾਂਗੇ ਸਭ ਤੋਂ ਪਹਿਲਾਂ ਸ਼੍ਰੀ ਹੰਸਰਾਜ ਜੀ ਹੁਣਾਂ ਦੇ ਔਰ ਡਾਕਟਰ ਅਜੇ ਬੱਦਨ ਜੀ ਜੋ ਕਿ ਲੰਡਨ ਨਿਵਾਸੀ ਹਨ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੋ ਕਿ ਜਦ ਸਾਡੇ ਬਜ਼ੁਰਗ ਜਦ ਭਾਰਤ ਦੇਸ਼ ਛੱਡ ਕੇ ਇੰਗਲੈਂਡ ਪਹਿਲੀ ਵਾਰ ਜਦ ਆਏ ਸਨ 1950-1960 ਦੇ ਲਾਗੇ ਛਾਗੇ ਜਦ ਆਏ ਸਨ, ਉਹ ਕਿਹੜੇ ਵਿਚਾਰ ਲੈ ਕੇ ਆਏ ਸਨ ਔਰ ਹੋਰ ਜਦ ਸਮਾਜਿਕ ਵਿਵਸਥਾ ਕਿਹੜੀ ਛੱਡ ਕੇ ਭਾਰਤ ਦੇਸ਼ ਦੀ ਆਏ, ਹੁਣ ਦੀ ਸਮਾਜਿਕ ਵਿਵਸਥਾ ਹੋਰ ਵੀ ਆਪ ਜੀ ਨੂੰ ਵਿਚਾਰ ਜੋ ਸਾਡੇ ਨੌਜਵਾਨਾਂ ਪਾਸੋਂ ਵੀ ਮਿਲਣਗੇ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਅੱਗੇ ਵਿਚਾਰ ਰੱਖਦੇ ਹਾਂ ਸ਼੍ਰੀ ਹੰਸਰਾਜ ਜੀ ਹੁਣਾਂ ਦੇ ਔਰ ਡਾਕਟਰ ਅਜੇ ਬੱਦਨ ਜੀ ਹੁਣਾਂ ਦੇ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਦੇਵ, ਸਭ ਤੋਂ ਪਹਿਲਾਂ ਮੈਂ ਇਹ ਜਿਹੜੀ ਆਪਣੀ ਕਾਂਚੀ ਟੈਲੀਵਿਜ਼ਨ ਹੈ, ਮੈਂ ਇਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਸਾਡਾ ਬਹੁਤ ਸਾਰੀ ਦੇਰ ਦਾ ਸੁਪਨਾ ਸੀ ਕਿ ਸਾਡੇ ਕੋਲ ਵੀ ਕੋਈ ਟੈਲੀਵਿਜ਼ਨ ਹੋਣਾ, ਉਹ ਇਹਨਾਂ ਨੇ ਕੀਤਾ। ਇਹ ਇੱਕ ਇਹਨਾਂ ਦੀ ਇੱਕ ਬਹਾਦਰੀ ਹੈ ਜਿਨ੍ਹਾਂ ਨੇ ਕਿ ਸਾਰੀ ਇੱਕ ਟੈਲੀਵਿਜ਼ਨ ਖੋਲ੍ਹ ਕੇ ਸਾਰੀ ਕੌਮ ਨੂੰ ਜਾਗਰਤ ਕਰਨ ਦਾ ਇੱਕ ਜ਼ਿੰਮੇਵਾਰੀ ਲਈ ਹੈ। ਗੁਰੂ ਪਿਆਰੀ ਸੰਗਤ ਜੀ, ਜਿਸ ਵੇਲੇ ਇੱਥੇ ਅਸੀਂ ਸੰਨ 1962 ਦੇ ਵਿੱਚ ਮੈਂ ਇੱਥੇ ਹੈਂਡਸਵਰਥ ਵਿੱਚ ਆਏ ਸੀ, ਤਾਂ ਉਸ ਵੇਲੇ ਸਾਡੇ ਦਿਲ 'ਚ ਇਹ ਤਮੰਨਾ ਸੀ ਕਿ ਅਸੀਂ ਇੱਥੇ ਆਪਣੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਨੂੰ, ਉਹਨਾਂ ਦੀ ਬਾਣੀ ਨੂੰ ਪ੍ਰਚਾਰਿਤ ਕਰੀਏ। ਤਾਂ ਇਸ ਕਰਕੇ ਸਾਰੇ ਅਸੀਂ ਫੈਸਲਾ ਕੀਤਾ, ਅਸੀਂ ਇੱਕ ਹਾਲ ਕਿਰਾਏ 'ਤੇ ਲੈ ਲੈਂਦੇ ਸੀ। ਐਤਵਾਰ ਅਸੀਂ ਉੱਥੇ ਉਹ ਆਪਸ ਸਤਸੰਗ ਕਰਦੇ ਸੀ। ਉਸ ਵੇਲੇ ਸਾਰੇ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਸਾਡਾ ਬੜਾ ਸਤਿਕਾਰ ਕਰਦੇ ਸੀ। ਸਾਡਾ ਉਸ ਵੇਲੇ ਪਹਿਲਾ ਜਿਹੜਾ ਮਾਸਟਰ ਸੰਤਾ ਸਿੰਘ ਸਾਡੇ ਪ੍ਰੈਜ਼ੀਡੈਂਟ ਸੀਗੇ, ਅਤੇ ਅਸੀਂ ਉਹ ਇੱਥੇ ਕੰਮ ਚਲਾ ਕੇ ਅਸੀਂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਕਰਦੇ ਰਹੇ। ਸਾਡੇ ਦਿਮਾਗ ਦੇ ਵਿੱਚ ਪਹਿਲਾਂ ਤੋਂ ਹੀ ਇਹ ਬਹੁਤ ਸੀ ਕਿ ਇਸ ਗੁਰੂ ਦੀ ਬਾਣੀ ਨੂੰ ਸਾਰੇ ਆਪਣੇ ਲੋਕਾਂ ਤੱਕ ਪਹੁੰਚਾਇਆ ਜਾਵੇ, ਜਿਹੜੇ ਕਿ ਸੈਂਕੜੇ ਸਾਲਾਂ ਪਹਿਲਾਂ ਤੱਕ ਨਹੀਂ ਪਹੁੰਚ ਸਕਿਆ ਕਿਉਂਕਿ ਸਾਡੇ ਕੋਲ ਐਜੂਕੇਸ਼ਨ ਵੀ ਨਹੀਂ ਸੀ, ਸਾਡੇ ਕੋਲ ਪ੍ਰਚਾਰਕ ਵੀ ਘੱਟ ਸੀਗੇ। ਅਤੇ ਹੁਣ ਇਹ ਪ੍ਰਚਾਰ ਉਸ ਤੋਂ ਬਾਅਦ ਵੱਧਦਾ ਇਸ ਸਟੇਜ 'ਤੇ ਆ ਗਿਆ ਕਿ ਗੁਰੂ ਰਵਿਦਾਸ ਮਹਾਰਾਜ ਦੇ ਟੈਂਪਲ ਇੱਥੇ ਸਾਰੇ ਇੰਗਲੈਂਡ ਦੇ ਵਿੱਚ ਕਾਫੀ ਬਣ ਚੁੱਕੇ ਹਨ, ਜਿਨ੍ਹਾਂ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਜਿਹੜੀ ਹੈ ਉਹਨਾਂ ਨੂੰ ਔਰ ਇਸ ਮਕਸਦ ਲਈ ਇਹ ਖੋਲ੍ਹੇ ਗਏ ਸੀਗੇ ਕਿ ਇੱਥੇ ਇਹ ਜਿਹੜੇ ਗੁਰੂ ਰਵਿਦਾਸ ਮਹਾਰਾਜ ਦੇ ਟੈਂਪਲ ਖੋਲ੍ਹੇ ਗਏ ਆ, ਗੁਰੂ ਘਰ ਖੋਲ੍ਹੇ ਗਏ ਸੀ, ਇਹਦਾ ਮਤਲਬ ਹੀ ਇਹ ਸੀ ਕਿ ਅਸੀਂ ਆਪਣੀ ਗੁਰੂ ਰਵਿਦਾਸ ਦੀ ਬਾਣੀ ਦਾ ਪ੍ਰਸਾਰ ਕਰ ਸਕੀਏ।
ਪ੍ਰਚਾਰ ਔਰ ਪ੍ਰਸਾਰ ਹੋ ਸਕੇ। ਸਾਡੀ ਆਪਣੀ ਜਿਹੜੀ ਆਉਣ ਵਾਲੀ ਸਾਡੀ ਅਸੀਂ ਤਾਂ ਹੁਣ ਇਸ ਤੋਂ ਬਾਅਦ ਹੁਣ ਸਾਨੂੰ ਫਿਕਰ ਹੈ ਆਪਣੀ ਛੋਟੀ ਜਨਰੇਸ਼ਨ ਦਾ ਜਿਹੜੀ ਆ ਰਹੀ ਆ। ਅਸੀਂ ਇਹਨੂੰ ਆਪਣੀ ਰਬਦਾਸੀਆ ਕੌਮ ਦੇ ਨਾਲ ਅਸੀਂ ਕਿੱਦਾਂ ਜੋੜਨਾ, ਉਹਦੇ ਵਾਸਤੇ ਸਾਡੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੈਨ ਬਹੁਤ ਬਹੁਤ ਧੰਨਵਾਦ ਜੀ ਹੰਸਰਾਜ ਜੀ। ਔਰ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਹੰਸਰਾਜ ਜੀ ਹੁਣਾਂ ਦੇ ਜਿਸ ਤਰ੍ਹਾਂ ਆਪਾਂ ਵਿਚਾਰ ਸੁਣੇ, ਕਿਉਂਕਿ ਤੁਹਾਡੀ ਤਮੰਨਾ ਸੀਗੀ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋ ਫਿਲਾਸਫੀ ਹੈ, ਉਹਨਾਂ ਦੀ ਜੋ ਬਾਣੀ ਹੈ, ਉਸ ਦੇ ਉੱਤੇ ਤੁਸੀਂ ਜਿਸ ਤਰ੍ਹਾਂ ਕਿਹਾ ਹੈ। ਔਰ ਜੇ ਆਪਾਂ ਹੁਣ ਦੇ ਸਮੇਂ ਵਿੱਚ ਆਪਣੇ ਅੰਕਲ ਹੰਸਰਾਜ ਜੀ, ਜੇ ਆਪਾਂ ਦੇਖੀਏ ਸਾਡੇ ਗੁਰੂ ਘਰਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਦ ਆਪਾਂ ਦੇਖਦੇ ਹਾਂ ਕਿੰਨਾ ਕੁ ਪ੍ਰਚਾਰ ਤੁਹਾਨੂੰ ਦੇਖਣ ਨੂੰ ਮਿਲਦਾ ਹੈ। ਜਿਹੜੀ ਸੋਚ ਤੁਸੀਂ ਲੈ ਕੇ ਆਏ ਸਨ, ਉਹ ਹੁਣ ਕਿੱਥੇ ਤੱਕ ਸਾਡੇ ਗੁਰੂ ਘਰ ਕਿਸ ਮੁਕਾਮ ਤੱਕ ਆਪਾਂ ਪਹੁੰਚੇ ਹਾਂ, ਇਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਅਸੀਂ ਗੁਰੂ ਘਰ ਦੇ ਵਿੱਚ ਜਿੰਨੇ ਹੁਣ ਬਣਾਏ ਗਏ ਸੀਗੇ, ਜਿਸ ਮਕਸਦ ਲਈ ਬਣਾਏ ਸੀਗੇ ਵੀ ਇੱਥੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਜ਼ਿਆਦਾ ਹੋਵੇ, ਲੇਕਿਨ ਉਹ ਮੈਨੂੰ ਦੇਖਣ ਨੂੰ ਨਹੀਂ ਮਿਲ ਸਕਿਆ ਜਿੰਨਾ ਪ੍ਰਚਾਰ ਹੋਣਾ ਚਾਹੀਦਾ ਸੀ। ਲੇਕਿਨ ਫਿਰ ਵੀ ਸਾਨੂੰ ਇੰਨਾ ਜ਼ਰੂਰ ਮਾਣ ਹੈ ਵੀ ਸਾਡੇ ਗੁਰੂ ਘਰ ਹੈਗੇ ਆ। ਅਸੀਂ ਬਣਾਏ, ਬਜ਼ੁਰਗਾਂ ਨੇ ਸਾਡੇ ਨੇ ਬੜੀ ਮਿਹਨਤ ਕਰਕੇ ਪੈਣੀ ਜੋੜ ਕੇ ਇਹ ਗੁਰੂ ਘਰ ਬਣਾਏ ਸੀਗੇ ਕਿ ਅਸੀਂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਫੈਲਾ ਸਕੀਏ। ਕਿ ਸਾਡੇ ਇੱਕ ਆਪਣੇ ਬਾਪ ਨੂੰ ਯਾਦ ਉਹਦੀ ਔਲਾਦ ਹੀ ਕਰ ਸਕਦੀ ਹੈ। ਅਗਰ ਔਲਾਦ ਯਾਦ ਨਹੀਂ ਕਰੂਗੀ, ਦੂਸਰੇ ਨੂੰ ਕੋਈ ਗਰਜ਼ ਨਹੀਂ ਹੈ ਕਿਸੇ ਦੇ ਬਾਪ ਨੂੰ ਯਾਦ ਕਰਨ ਦਾ। ਇਸ ਕਰਕੇ ਮੇਰੀ ਇਹ ਤਮੰਨਾ ਜਿਹੜੀ ਆ, ਮੇਰੀ ਆਪਣੀ ਜਿੰਨੀ ਕਮਿਊਨਿਟੀ ਹੈਗੀ ਆ, ਸਾਡੀ ਰਵਿਦਾਸੀਆ ਕਮਿਊਨਿਟੀ ਆ, ਮੇਰੀ ਇਹੋ ਹੀ ਇਹਨਾਂ ਦੇ ਅੱਗੇ ਇਹ ਅਰਦਾਸ ਹੈ ਕਿ ਇਹ ਤੁਸੀਂ ਸਾਰੇ ਭਰਾ ਇਕੱਠੇ ਹੋ ਕੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਕਰੋ। ਹੁਣ ਤੇ ਸਾਡੇ ਕੋਲ ਆਪਣਾ ਗ੍ਰੰਥ ਵੀ ਆ ਗਿਆ ਹੈ। ਤੁਸੀਂ ਕਿਸੇ ਗੱਲੋਂ ਵੀ ਤੁਸੀਂ ਪਿੱਛੇ ਨਹੀਂ ਹੋ। ਪਹਿਲਾਂ ਸੀ ਪਿੱਛੇ ਤੁਸੀਂ, ਕਿਉਂਕਿ ਕੋਈ ਵੀ ਕੌਮ ਜਿਹੜੀ ਆ ਉਹਦੇ ਕੋਲ ਜਿਹਦੇ ਕੋਲ ਆਪਣਾ ਗ੍ਰੰਥ ਨਹੀਂ ਆ, ਉਹ ਕੌਮ ਜਿਹੜੀ ਆ ਉਹ ਨਹੀਂ ਬਣ ਸਕਦੀ। ਸਾਡੇ ਕੋਲ ਉਸ ਵੇਲੇ ਸਾਡੇ ਕੋਲ ਇਹ ਨਿਸ਼ਾਨ ਸੀ, ਝੰਡਾ ਸੀ, ਸਾਡੇ ਕੋਲ ਜੈ ਗੁਰਦੇਵ ਸੀ, ਸਾਡੇ ਕੋਲ ਗੁਰੂ ਘਰ ਸੀਗੇ। ਲੇਕਿਨ ਹੁਣ ਸਾਡੇ ਕੋਲ ਬਾਣੀ ਆ ਗਈ ਆ। ਹੁਣ ਅਸੀਂ ਫੁੱਲ ਫਲੈਜਡ ਪੂਰੇ ਤੌਰ 'ਤੇ ਸਾਡਾ ਮਜ਼ਹਬ ਹੈ ਜਿਹੜਾ ਕਿ ਇੰਗਲੈਂਡ ਨੇ ਵੀ, ਇਹ UK ਨੇ ਵੀ ਉਹਨੂੰ ਐਕਸੈਪਟ ਕਰ ਲਿਆ। ਇਸ ਕਰਕੇ ਮੇਰੀ ਇਹ ਬੇਨਤੀ ਹੈ ਸਾਰੇ ਭਰਾਵਾਂ ਦੇ ਮੋਹਰੇ, ਭੈਣਾਂ ਮੋਹਰੇ, ਬਾਕੀ ਇਹ ਤੁਸੀਂ ਆਪਣੇ ਬੱਚਿਆਂ ਨੂੰ ਇਸ ਗੁਰੂ ਰਵਿਦਾਸ ਮਹਾਰਾਜ ਦੇ ਲੜ ਲਾਓ ਤਾਂ ਕਿ ਇਹ ਕੌਮ ਜਿਹੜੀ ਆ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਸਕੇ। ਥੈਂਕ ਯੂ। ਧੰਨਵਾਦ ਜੀ, ਬਹੁਤ ਬਹੁਤ ਵਧੀਆ ਵਿਚਾਰ ਆਪ ਜੀ ਦੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਸੇ ਤਰ੍ਹਾਂ ਮੇਰੇ ਖੱਬੇ ਪਾਸੇ ਬੈਠੇ ਹਨ ਡਾਕਟਰ ਅਜੇ ਬੱਦਨ ਜੀ, ਔਰ ਇਨੀ ਕਲੀਨਿਕਲ ਫੈਲੋ ਸੇਂਟ ਥਾਮਸ ਔਰ ਹੈਮਰਸਮਿਥ ਹਸਪੀਟਲ ਵਿੱਚ ਇਨੀ ਰਹੇ ਹਨ। ਔਰ ਇਨੀ ਵੀ ਜੋ ਕਿ ਮੈਡੀਕਲ ਫੀਲਡ ਵਿੱਚ ਇਨੀ ਇੰਡੀਆ ਔਰ ਇੰਗਲੈਂਡ ਦੀ ਮੈਡੀਕਲ ਫੀਲਡ ਵਿੱਚ ਇਨੀ ਵਿਚਰ ਰਹੇ ਹਨ। ਔਰ ਥੋੜ੍ਹੇ ਕੁ ਆਪਾਂ ਜਿਸ ਤਰ੍ਹਾਂ ਜੇ ਆਪਾਂ ਦੇਖੀਏ ਆਪ ਜੀ ਦੀ ਐਜੂਕੇਸ਼ਨ ਅਜੇ ਬੱਦਨ ਜੀ ਜਿਹੜੀ ਹੋਈ ਹੈ ਇੰਡੀਆ ਦੇ ਵਿੱਚ, ਔਰ ਜੇ ਆਪਾਂ ਜਿਹੜੇ ਓਪਰਚੁਨਿਟੀਜ਼ ਹਨ ਜਿਹੜੇ ਸਾਡੀ ਯੰਗ ਜਨਰੇਸ਼ਨ ਦੇ ਹਨ, ਜਦ ਆਪਾਂ ਮੇਰੇ ਖਿਆਲ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਇੱਕ ਚੋਇਸ ਹੈ। ਔਰ ਜ਼ਿਆਦਾਤਰ ਜੋ ਵੀ ਸਾਡੇ ਨੌਜਵਾਨ ਕੋਈ ਵੀ ਫੀਲਡ ਵਿੱਚ ਚਾਹੁੰਦੇ ਹਨ, ਇੱਥੇ ਸਮਾਜਿਕ ਹੱਕ ਬਰਾਬਰਤਾ ਹੈ। ਔਰ ਤੁਸੀਂ ਇਸ ਵਿਸ਼ੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜੀ ਐਜੂਕੇਸ਼ਨ ਓਪਰਚੁਨਿਟੀ ਜੋ ਕਿ ਭਾਰਤ ਦੇਸ਼ ਵਿੱਚ ਹੈ, ਇੰਡੀਆ ਵਿੱਚ ਹੈ, ਇਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਜੈ ਗੁਰਦੇਵ ਜਤਿੰਦਰ ਜੀ। ਮੈਂ ਸਭ ਤੋਂ ਪਹਿਲਾਂ ਕਾਂਚੀ TV ਵਾਲਿਆਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਕਿ ਤੁਸੀਂ ਸਾਡੀ ਕਮਿਊਨਿਟੀ ਲਈ, ਰਵਿਦਾਸੀਆ ਕਮਿਊਨਿਟੀ ਲਈ ਇੰਨਾ ਵੱਡਾ ਕਰਮ ਕੀਤਾ ਹੈ। ਅਤੇ ਅਸੀਂ ਹਮੇਸ਼ਾ ਦੂਸਰੇ ਚੈਨਲਸ ਨੂੰ ਦੇਖ ਕੇ ਸੋਚਦੇ ਸੀ ਕਿ ਸਾਡੀ ਵੀ ਕਦੀ ਕੌਮ ਦਾ ਕੋਈ ਚੈਨਲ ਹੋਏਗਾ ਅਤੇ ਅਸੀਂ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਸੁਣਿਆ ਕਰਾਂਗੇ, ਵਿਚਾਰ ਸੁਣਿਆ ਕਰਾਂਗੇ, ਸਾਡੀ ਕਮਿਊਨਿਟੀ ਦੇ ਵਿਚਾਰ ਸੁਣਿਆ ਕਰਾਂਗੇ, ਸਾਡੇ ਲੋਕਾਂ ਦੀ ਆਵਾਜ਼ ਉੱਠੇਗੀ ਅਤੇ ਸਾਰੀ ਦੁਨੀਆ ਦੇ ਵਿੱਚ ਗੂੰਜੇਗੀ। ਅਤੇ ਇਹ ਕਾਰਾ ਕਾਂਚੀ TV ਨੇ ਕਰ ਦਿਖਾਇਆ ਹੈ ਅਤੇ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ। ਅਸੀਂ UK ਅਤੇ ਯੂਰਪ ਅਤੇ approximately I think there are over 1 million people who are watching this program every day, and I think it's a big achievement, but we are still waiting to see Kanchi TV in India as well. It's available on internet, but we want that to be in India as well, so that
our community back home in India that should know what pace we are on outside India and what we are achieving, what milestones we are achieving. ਹੁਣ ਮੈਂ ਆਪਣੇ ਜਤਿੰਦਰ ਜੀ ਤੁਹਾਡੇ ਸਵਾਲ ਤੇ ਆਉਣਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣਾ ਸ਼ਬਦ ਕਿਹਾ ਹੈ ਕਿ ਅਵਿਦਿਆ ਹਿਤਕੀਨ ਵਿਵੇਕ ਦੀਪਕ ਮਲੀਨ। ਬਿਨਾਂ ਵਿੱਦਿਆ ਦੇ ਜਿਹੜਾ ਆਪਣਾ ਮਾਈਂਡ ਦਾ ਆਪਣਾ ਬ੍ਰੇਨ ਦਾ ਜਿਹੜਾ ਦੀਪਕ ਹੈ ਉਹ ਬੁੱਝ ਜਾਂਦਾ ਹੈ। ਅਤੇ ਇਟਸ ਵੈਰੀ ਇੰਪੋਰਟੈਂਟ, ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ। ਇਹ ਤਾਂ ਮਹਾਰਾਜ ਜੀ ਅੱਜ ਤੋਂ 600 ਸਾਲ ਪਹਿਲਾਂ ਸਾਨੂੰ ਸਬਕ ਸਿਖਾ ਗਏ ਹੈ। ਇਹ ਵੱਖਰੀ ਗੱਲ ਹੈ ਕਿ ਸਾਡੀ ਕਮਿਊਨਿਟੀ ਨੂੰ ਚਾਹੇ ਉਹ ਸੋਸ਼ੀਓ ਇਕਨੋਮਿਕ ਸਟੇਟਸ ਹੋਵੇ, ਚਾਹੇ ਸਾਡੀ ਸੁਸਾਇਟੀ ਦਾ ਸਿਸਟਮ ਹੋਵੇ, ਕਿ ਇਸ ਚੀਜ਼ ਨੂੰ ਜਾਣਨ ਲਈ ਬਹੁਤ ਟਾਈਮ ਲੱਗਿਆ ਹੈ। ਅਤੇ ਜਦੋਂ ਦੀ ਹੁਣ ਰੈਵੋਲਿਊਸ਼ਨ ਆਇਆ ਹੈ ਐਂਡ ਪਰਹੈਪਸ 1940s 50s ਤੋਂ ਬਾਅਦ ਜਿਹੜਾ ਰੈਵੋਲਿਊਸ਼ਨ ਸਾਡੀ ਕਮਿਊਨਿਟੀਜ਼ ਵਿੱਚ ਆਇਆ ਹੈ, ਖਾਸ ਕਰ ਪੰਜਾਬ ਦੇ ਵਿੱਚ, ਅਤੇ ਜਦੋਂ ਐਜੂਕੇਸ਼ਨ ਦੀ ਲਹਿਰ ਇੱਕ ਚੱਲੀ ਹੈ, ਅਤੇ ਉਹਦੇ ਸਦਕੇ ਹੈ ਕਿ ਸਾਡੀ ਕਮਿਊਨਿਟੀ ਦੇ ਇੰਨੇ ਸਾਰੇ IAS ਆਫਿਸਰਸ ਇੰਡੀਆ 'ਚ ਬਣੇ, ਸਾਡੀ ਕਮਿਊਨਿਟੀ ਦੇ ਡਾਕਟਰਸ, ਇੰਜੀਨੀਅਰਸ, ਲਾਇਰਸ, ਆਰਮੀ ਪਰਸਨਲਸ, and today you see that we are in mainstream and we are head to head with everybody. We are achieving great success in almost all the professions in India as well as abroad. In India, the circumstances are different as compared to what we have abroad. India 'ਚ ਬਹੁਤ struggle ਹੈ। ਸਾਡੀ ਕਮਿਊਨਿਟੀ ਸਾਰੀ ਐਫਲੂਐਂਟ ਨਹੀਂ ਹੈ। ਬਹੁਤ ਸਾਰੇ ਆਪਣੀ ਕਮਿਊਨਿਟੀ ਦੇ ਲੋਕ ਹੈਗੇ ਜਿਨ੍ਹਾਂ ਦੇ ਬੱਚੇ ਬੜੇ ਇੰਟੈਲੀਜੈਂਟ ਵੀ ਹੁੰਦੇ ਹੋਏ ਵੀ ਕਿਉਂਕਿ ਉਹਨਾਂ ਦੀ ਮਾਲੀ ਹਾਲਤ, ਉਹਨਾਂ ਦੀ ਫਾਈਨੈਂਸ਼ੀਅਲ ਸਟੇਟਸ ਇੰਨਾ ਠੀਕ ਨਹੀਂ ਹੁੰਦਾ, ਤਾਂ ਉਹ ਪ੍ਰੋਫੈਸ਼ਨਲ ਕੋਰਸਿਸ ਵਿੱਚ ਨਹੀਂ ਜਾ ਪਾਉਂਦੇ। ਹੈਵਿੰਗ ਸੈਡ ਡੈਟ, ਬਟ ਅਗੇਨ ਜਿਹੜੇ ਬੱਚੇ ਹੁਣ ਜਿਹੜੇ ਅਫੋਰਡ ਕਰ ਸਕਦੇ ਆ ਮਾਂ ਬਾਪ, ਉਹ ਆਪਣੇ ਬੱਚੇ ਪੜ੍ਹਾ ਰਹੇ ਆ। ਅਤੇ ਐਂਡ ਆਰ generations, the new generations, they are doing very good, and perhaps they are competing with all the rest of the communities there. And even you would see ਕਿ ਜਿਹੜੇ ਪਾਸ ਮਾਰਕਸ ਹੈਗੇ ਆ, ਕਈ ਵਾਰੀ ਤਾਂ ਮੈਂ ਉਹ ਵੀ ਦੇਖਿਆ ਕਿ even in medical our kids they perform better than other communities as well, and denying the fact that people they were underestimating our capabilities and capacities. And the only thing is that we have to realize our potential. But again, the things come at the affordability. India ਦੇ ਵਿੱਚ affordability because of the economic reasons ਕਈ ਵਾਰੀ ਨਹੀਂ ਰਹਿ ਪਾਉਂਦੀ, ਜਿਸ 'ਤੇ ਸਾਡੀ ਕਮਿਊਨਿਟੀ ਨੂੰ ਫੋਕਸ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਹੁਣ ਜੇ ਅਸੀਂ ਬਾਹਰ ਯੂਰਪ, ਵੀ ਟਾਕ ਅਬਾਊਟ ਕੈਨੇਡਾ, ਆਸਟ੍ਰੇਲੀਆ ਔਰ ਇੰਗਲੈਂਡ, ਅਸੀਂ ਬਾਹਰ ਦੇਖਦੇ ਹਾਂ ਤਾਂ ਸੁੱਖ ਨਾਲ ਸਾਡੀ ਕਮਿਊਨਿਟੀ ਦੀ ਇੱਕ ਜਨਰੇਸ਼ਨ ਜਿਹੜੀ ਪਹਿਲੀ ਆਈ ਹੈ, ਉਹਨੇ ਇੰਨੀ ਮਿਹਨਤ ਕੀਤੀ ਅਤੇ ਉਹਨਾਂ ਨੇ ਆਪਣਾ ਇੱਕ ਬੇਸ ਬਣਾਇਆ, ਫਾਈਨੈਂਸ਼ੀਅਲ ਬੇਸ ਬਣਾਇਆ, ਅਤੇ ਹੁਣ ਉਹਨਾਂ ਦੀ ਨੈਕਸਟ ਜਨਰੇਸ਼ਨ ਨੇ ਉਹਨਾਂ ਤੋਂ ਬਹੁਤ ਅੱਛਾ ਅੱਗੇ ਵੀ ਫਾਈਨੈਂਸ਼ੀਅਲ ਬੇਸ ਬਣਾਇਆ, ਪਰਫੋਰਮੈਂਸ ਅੱਛੀ ਦਿੱਤੀ, ਅਤੇ ਨੈਕਸਟ ਜਨਰੇਸ਼ਨ ਉਹਨਾਂ ਨੂੰ ਹੋਰ ਵੀ ਕਿਸੇ ਗੱਲ ਦੀ ਕੋਈ ਫਿਕਰ ਨਹੀਂ ਸੀਗੀ ਫਾਈਨੈਂਸ਼ੀਅਲ ਵਾਈਜ਼ ਤੋਂ। ਅਤੇ ਇੱਥੇ ਵੀ ਆਈ ਕੈਨ ਸੀ ਕਿ ਆਪਣੇ ਨਿਆਣੇ ਜਿਹੜੇ ਹੈਗੇ ਐਂਡ ਦੈਨ ਜਨਰੇਸ਼ਨਸ ਦੇ ਆਰ ਪਰਫੋਰਮਿੰਗ ਵੈਰੀ ਗੁੱਡ। ਪਰ ਯੈਸ, in India there is a bit of struggle at the moment. Education is expensive, people cannot afford, so need of promoting scholarships in our community, Ravidasiya community, to bring out the masterminds, to encourage the intelligent students. It is there, what I personally feel. And ਪਰ ਮੈਂ ਇਹ ਕਹੂੰਗਾ ਕਿ ਬੜੀ ਖੁਸ਼ੀ ਮਿਲਦੀ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਸਾਰੇ ਮੇਨ ਸਟਰੀਮ ਦੇ ਵਿੱਚ ਸਾਡੇ ਮੁੰਡੇ ਕੁੜੀਆਂ ਦੇ ਆਰ ਇਨ ਫਰੰਟ, ਐਂਡ ਦੇ ਆਰ ਪ੍ਰੂਵਿੰਗ ਦੈਟ Ravidasiya community is very enterprising, and achieving very good success actually. Thank you. ਬਹੁਤ ਬਹੁਤ ਧੰਨਵਾਦ ਜੀ। ਔਰ ਇਹ ਸਨ ਡਾਕਟਰ ਅਜੇ ਬੱਦਨ ਜੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ। ਆਓ ਆਪਾਂ ਹੰਸਰਾਜ ਜੀ ਉਹਨਾਂ ਦੇ ਵਿਚਾਰਾਂ ਨਾਲ ਆਪਾਂ
ਇਹਨਾਂ ਨੂੰ ਇੱਕ ਵਾਰ ਮੈਂ ਫਿਰ ਇੱਕ ਹੋਰ ਸਵਾਲ ਲੈ ਕੇ ਆਪਾਂ ਇਹਨਾਂ ਵੱਲ ਆਉਂਦੇ ਹਾਂ। ਹੰਸਰਾਜ ਜੀ, ਔਰ ਤੁਸੀਂ ਜੋ ਕਿ ਸਾਡੇ ਜੋ ਸੰਸਥਾਵਾਂ ਹਨ, ਤੁਸੀਂ ਉਹਨਾਂ ਨੂੰ ਕੀ ਬੇਨਤੀ ਦੇਣਾ ਚਾਹੁੰਦੇ ਹੋ, ਜੋ ਸਾਡੇ ਨੌਜਵਾਨ ਵੀ ਹਨ, ਹੋਰ ਵੀ ਸਾਡੇ ਕੌਮ ਦੇ ਜੋ ਵੀ ਨੁਮਾਇੰਦੇ ਹੋਰ ਸੰਸਥਾਵਾਂ ਦੇ ਜਿਹੜੇ ਜੋ ਸੇਵਾਵਾਂ ਕਰ ਰਹੇ ਹਨ, ਉਹਨਾਂ ਨੂੰ ਤੁਸੀਂ ਕੀ ਬੇਨਤੀ ਕਰਨਾ ਚਾਹੋਗੇ? ਗੁਰੂ ਪਿਆਰੀ ਸਾਧ ਸੰਗਤ ਜੀ, ਦੇਖੋ ਹੁਣ ਤੋਂ ਜਿਸ ਚੀਜ਼ ਦੀ ਸਾਡੇ ਬਜ਼ੁਰਗ ਪਾਲ ਕਰਦੇ ਥੱਕ ਇਸ ਦੁਨੀਆ ਤੋਂ ਚਲੇ ਗਏ, ਉਹਨਾਂ ਦੀ ਆਸਾਂ ਮੁਰਾਦਾਂ ਪੂਰੀਆਂ ਨਹੀਂ ਹੋਈਆਂ। ਹੁਣ ਇਸ ਵੇਲੇ ਸਾਡੀਆਂ ਆਸਾਂ ਮੁਰਾਦਾਂ ਪੂਰੀਆਂ ਹੋਈਆਂ। ਪਰਮਾਤਮਾ ਨੇ, ਗੁਰੂ ਰਵਿਦਾਸ ਮਹਾਰਾਜ ਨੇ ਸਾਨੂੰ ਹੁਣ ਚਾਂਸ ਦਿੱਤਾ ਵੀ ਤੁਸੀਂ ਸਮਝੋ, ਤੁਸੀਂ ਇਕੱਠੇ ਹੋ ਜਾਓ। ਤੁਸੀਂ ਜਿੱਦਾਂ ਮਖੀਲ ਦੀਆਂ ਮੱਖੀਆਂ ਇਕੱਠੀਆਂ ਹੋ ਕੇ ਬਹਿਨੀਆਂ, ਉਸ ਤਰ੍ਹਾਂ ਤੁਸੀਂ ਇੰਨੇ ਇਕੱਠੇ ਹੋ ਜਾਓ ਕਿ ਤੁਹਾਡੇ ਵੱਲ ਨੂੰ ਕੋਈ ਦੇਖ ਨਾ ਸਕੇ। ਅਸੀਂ ਨਾ ਤਾਂ ਕਿਸੇ ਦਾ ਬੁਰਾ ਸੋਚਦੇ ਹਾਂ, ਨਾ ਬੁਰਾ ਕਰਦੇ ਹਾਂ, ਨਾ ਸਾਡਾ ਕੋਈ ਕਰੇ ਸਾਡੇ ਵਾਸਤੇ। ਬਾਕੀ ਹੋਰ ਮੇਰੀ ਇਹ ਬੇਨਤੀ ਜ਼ਰੂਰ ਹੈ ਕਿ ਜਿੱਥੇ ਜਿੱਥੇ ਵੀ ਆਪਾਂ ਬੈਠੇ ਹਾਂ ਉੱਥੇ ਔਰਗਨਾਈਜ਼ ਹੋਵੋ। ਜੇ ਬੇਸ਼ੱਕ ਇੱਕ ਟਾਊਨ ਦੇ ਵਿੱਚ ਹੀ ਆ, ਜੇ ਤੁਹਾਡੇ 10 ਘਰ ਵੀ ਆ, ਤੁਸੀਂ ਉੱਥੇ ਸਭਾ ਸੁਸਾਇਟੀ ਬਣਾਵੋ ਤਾਂ ਕਿ ਹਰ ਜਗ੍ਹਾ ਸਾਡੇ ਹਰ ਕਾਰਨਰ ਦੇ ਉੱਤੇ ਸਾਡੀ ਸਭਾ ਸੁਸਾਇਟੀ ਹੋਵੇ ਔਰ ਉੱਥੇ ਜਾਗਰਤੀ ਹੋਵੇ ਵੀ ਉਹ ਲੋਕ ਜਿਹੜੇ ਆ ਉਹ ਜਿਹੜੀ ਸਭਾ ਸੁਸਾਇਟੀ ਬਣਾ ਕੇ ਬੱਚਿਆਂ ਨੂੰ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਾਲ ਜੋੜਨ ਔਰ ਦੱਸਣ ਸਾਡਾ ਆਹ ਵਰਸਾ ਹੈ। ਸਾਡਾ ਗੁਰੂ ਸਾਹਿਬ ਇੰਨੇ ਹੋਏ ਆ। ਤੁਸੀਂ ਅੱਜ ਤੱਕ ਜੋ ਵੀ, ਮੈਂ ਵੀ ਕਈ ਬਹੁਤ ਚੀਜ਼ਾਂ ਦੇਖੀਆਂ, ਲੇਕਿਨ ਠੀਕ ਹੈ ਜੇ ਕਿਤੇ ਡਾਇਰੈਕਟ ਕਿਸੇ ਨੇ ਫਾਈਟ ਕੀਤਾ ਤਾਂ ਸਾਡੇ ਗੁਰੂ ਰਵਿਦਾਸ ਮਹਾਰਾਜ ਨੇ ਸਾਡੇ ਲਈ ਡਾਇਰੈਕਟ ਫਾਈਟ ਕੀਤਾ, ਆਪਣੀ ਜਾਨ ਹੂਲੀ ਸਭ ਕੁਝ ਕੀਤਾ ਕਰਕੇ, ਲੇਕਿਨ ਉਹਨਾਂ ਨੇ ਕਦੀ ਹਾਰ ਨਹੀਂ ਸੀ ਮੰਨੀ। ਉਹ ਤੁਸੀਂ ਉਹਨਾਂ ਦੇ ਬੱਚੇ ਹੋ ਕੇ ਕਦੀ, ਮੇਰੀ ਤਾਂ ਇਹੋ ਤੁਹਾਡੇ ਮੂਹਰੇ ਪ੍ਰਾਰਥਨਾ ਹੈ ਕਿ ਤੁਸੀਂ ਹਾਰ ਨਹੀਂ ਮੰਨਣੀ। ਅਸੀਂ ਉਹਨਾਂ ਦੀ ਸੋਚ ਨੂੰ ਉੱਪਰ ਹੀ ਲਿਜਾਣਾ ਹੈ। ਬਹੁਤ ਬਹੁਤ ਧੰਨਵਾਦ ਜੀ। ਔਰ ਇਸੇ ਤਰ੍ਹਾਂ ਮੈਂ ਹੰਸਰਾਜ ਜੀ ਆਪ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਔਰ ਡਾਕਟਰ ਅਜੇ ਬੱਦਨ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਅੰਤ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਕਬੂਲ ਕਰੋ ਜੀ, ਜੈ ਗੁਰਦੇਵ। ਜੈ ਗੁਰੂ। ਮਾਧੋ ਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਵਿਦਿਆ ਦੀ ਘਾਟ ਕਾਰਨ ਸਾਡਾ ਜੀਵਨ ਵਿਅਰਥ ਹੈ। ਗੁਰੂ ਰਵਿਦਾਸ ਮਹਾਰਾਜ ਜੀ ਇਸ ਵਿਚਾਰਧਾਰਾ ਨਾਲ ਸਾਨੂੰ ਜੋੜਦੇ ਹਨ, ਔਰ ਮੈਂ ਹੰਸਰਾਜ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਔਰ ਡਾਕਟਰ ਅਜੇ ਬੱਦਨ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸੰਗਤ ਅੱਗੇ ਰੱਖੇ। ਔਰ ਜਦ ਸਾਡੇ ਹੰਸਰਾਜ ਜੀ ਹੋਰ ਵੀ ਸਾਡੇ ਬਜ਼ੁਰਗ ਜਦ ਪਹਿਲੀ ਵਾਰ ਯਾਨੀ ਭਾਰਤ ਤੋਂ ਇੰਗਲੈਂਡ ਆਏ, ਕਿਹੜੇ ਵਿਚਾਰ ਯਾਨੀ ਲੈ ਕੇ ਆਏ, ਕਿਸ ਮੁਕਾਮ ਤੱਕ ਸਾਡੀਆਂ ਜੋ ਗੁਰੂ ਘਰ ਹਨ ਉਹ ਕਿੱਥੇ ਤੱਕ ਪਹੁੰਚੀਆਂ ਹਨ। ਹੋਰ ਵੀ ਸਮਾਜਿਕ ਵਿਵਸਥਾਵਾਂ ਜੋ ਕਿ ਭਾਰਤ ਦੇਸ਼ ਵਿੱਚ ਹੁਣ ਦੀਆਂ ਉਸ ਸਮੇਂ ਜਦੋਂ ਛੱਡ ਕੇ ਆਏ, ਔਰ ਜਿਹੜੀਆਂ ਰੁਕਾਵਟਾਂ ਹਨ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਕਿ ਹੋਰ ਵੀ ਸਾਨੂੰ ਬ੍ਰੇਕ ਦੇ ਬਾਅਦ ਆਪਾਂ ਹੋਰ ਵੀ ਆਪ ਜੀ ਦੇ ਅੱਗੇ ਵਿਚਾਰ ਆਪਾਂ ਰੱਖਾਂਗੇ। ਸਮਾਜਿਕ ਕੁਰੀਤੀਆਂ, ਔਰ ਆਪਾਂ ਐਜੂਕੇਸ਼ਨ ਦੀ ਗੱਲ, ਸ਼ੁਰੂਆਤ ਆਪਾਂ ਪ੍ਰੋਗਰਾਮ 'ਚ ਐਜੂਕੇਸ਼ਨ ਦੀ ਗੱਲ ਕੀਤੀ। ਆਪਾਂ ਡਾਕਟਰ ਅਜੇ ਬੱਦਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ। ਔਰ ਹੋਰ ਵੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਬ੍ਰੇਕ ਤੋਂ ਬਾਅਦ ਆਪਾਂ ਆਤਮਾ ਬੈਦੀ ਜੀ ਔਰ ਤੇਜਿੰਦਰ ਤੇਜੀ ਜੀ ਉਹਨਾਂ ਦੇ ਵਿਚਾਰਾਂ ਨਾਲ ਆਪਾਂ ਜੁੜਾਂਗੇ, ਉਹ ਜੋ ਕਿ ਬ੍ਰਿਟਿਸ਼ ਔਰ ਭਾਰਤ ਇੰਡੀਆ ਦੀ ਜੋ ਸਮਾਜਿਕ ਵਿਵਸਥਾ, ਆਪਾਂ ਦੋਨਾਂ ਦੀ ਆਪਾਂ ਵਿਚਾਰ ਉਹਨਾਂ ਤੋਂ ਲੈਵਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਇੱਕ ਵਾਰ ਫਿਰ ਜੀਤ ਰਾਮ ਜੀ ਉਹਨਾਂ ਦਾ ਜੋ ਕਿ ਆਪ ਚੱਲ ਕੇ ਸਟੂਡੀਓ ਵਿੱਚ ਆਏ ਔਰ 100 ਪੌਂਡ ਅੱਜ ਨਹੀਂ ਦਾਨ ਕਰ ਰਹੇ ਹਨ ਕਾਂਚੀ ਟੀਵੀ ਨੂੰ, ਇਹਨਾਂ ਦਾ ਬਹੁਤ ਬਹੁਤ ਆਪਾਂ ਧੰਨਵਾਦ ਕਰਦੇ ਹਾਂ। ਸਾਰੀ ਹੀ ਮੈਨੇਜਮੈਂਟ ਟੀਮ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ। ਔਰ ਇਹਨਾਂ ਦੇ ਨਾਲ ਆਏ ਹਨ ਪਰਸਾਰਾਮ ਜੀ, ਔਰ ਇਹਨਾਂ ਦਾ ਵੀ ਬਹੁਤ ਧੰਨਵਾਦ ਜੀ। ਔਰ ਚੰਨਾ ਕੇਟਰ ਵਾਲੇ ਜਿਨ੍ਹਾਂ ਨੇ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਨਵੇਂ ਸਾਲ ਦੀਆਂ ਵਧਾਈਆਂ ਸਾਰੇ ਸੰਗਤ ਨੂੰ ਦਿੰਦੇ ਹਨ, ਔਰ ਕੈਲੰਡਰ ਇਹਨੀ ਨਵੇਂ ਸਾਲ ਦੇ ਛਪਾਏ ਹਨ, ਇਹਨੀ ਵੀ 100 ਪੌਂਡ ਕਾਂਚੀ ਟੀਵੀ ਨੂੰ ਦਾਨ ਦਿੰਦੇ ਹਨ। ਇਹਨਾਂ ਦਾ, ਮੇਰੇ ਵੱਡੇ ਵੀਰ ਪ੍ਰਿਤਪਾਲ ਚੰਨਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਔਰ ਸਾਰੇ ਹੀ ਚੰਨਾ ਪਰਿਵਾਰ, ਸਾਰੇ ਹੀ ਇਹਨਾਂ ਜੀਤ ਰਾਮ ਜੀ ਉਹਨਾਂ ਦੇ, ਪਰਸਾਰਾਮ ਜੀ ਉਹਨਾਂ ਦੇ ਸਾਰੇ ਪਰਿਵਾਰਾਂ ਤੇ ਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਹਿਯੋਗ ਦੀ ਜਦ ਆਪਾਂ ਗੱਲ ਕਰਦੇ ਹਾਂ, ਆਪਾਂ ਕੱਲ੍ਹ ਨੂੰ ਕਾਂਚੀ ਸਟੂਡੀਓ ਦੇ ਵਿੱਚ ਪ੍ਰਬੰਧਕਾਂ ਪਾਸੋਂ ਇੱਕ ਬੇਨਤੀ ਹੈ, 3 ਵਜੇ ਇੱਕ ਇੱਥੇ ਮੀਟਿੰਗ ਰੱਖੀ ਜਾਵੇਗੀ, ਔਰ ਸਾਰੇ ਹੀ ਸੰਗਤ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਆਪਣੇ ਵਿਚਾਰ ਲੈ ਕੇ ਆਓ, ਔਰ ਜੋ ਵੀ ਆਪਣੇ ਵਿਚਾਰ ਹਨ ਉਹ ਤੁਸੀਂ ਇਹਨਾਂ ਮੈਨੇਜਮੈਂਟ ਟੀਮ ਅੱਗੇ ਰੱਖ ਸਕਦੇ ਹਾਂ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ 5 ਤਰੀਕ 3 ਵਜੇ ਤੁਸੀਂ ਕਾਂਚੀ ਸਟੂਡੀਓ ਪਹੁੰਚੋ ਔਰ ਆਪ ਜੀ ਆਪਣੇ ਵਿਚਾਰ ਅੱਗੇ ਮੈਨੇਜਮੈਂਟ ਟੀਮ ਦੇ ਰੱਖੋ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਾਂ ਆਪਣੇ ਹੰਸਰਾਜ ਜੀ ਹੋਣਾ ਦੇ ਔਰ ਡਾਕਟਰ ਅਜੇ ਬੱਦਨ ਜੀ ਹੋਣਾ ਦੇ ਵਿਚਾਰਾਂ ਨਾਲ ਜੁੜੇ ਸੀਗੇ, ਆਪਾਂ ਐਜੂਕੇਸ਼ਨ
ਦੇ ਤੌਰ ਤੇ ਸਾਨੂੰ ਸੋਸ਼ਲ ਤੌਰ ਤੇ ਅੱਜ ਆਪ ਜੀ ਦੇ ਅੱਗੇ ਆਪਾਂ ਵਿਚਾਰ ਰੱਖਾਂਗੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਬ੍ਰੇਕ ਤੋਂ ਬਾਅਦ ਹੋਰ ਵੀ ਜੋ ਕਿ ਸਾਡੀਆਂ ਸਮਾਜਿਕ ਕੁਰੀਤੀਆਂ ਭਾਰਤ ਦੇਸ਼ ਵਿੱਚ ਹਨ, ਔਰ ਜੇ ਆਪਾਂ ਕੰਪੈਰੀਜ਼ਨ ਕਰੀਏ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਆਪਾਂ ਅੰਤਰ ਲੱਭੀਏ ਕੋਈ ਬ੍ਰਿਟਿਸ਼ ਜਾਂ ਫਿਰ ਯੂਕੇ ਦੀ ਜੋ ਸਮਾਜਿਕ ਵਿਵਸਥਾ ਹੈ ਔਰ ਭਾਰਤ ਦੇਸ਼ ਦੀ, ਔਰ ਆਪਾਂ ਭਾਰਤ ਦੇਸ਼ ਨੂੰ ਤਰੱਕੀਆਂ ਵਿੱਚ ਕਿਸ ਤਰ੍ਹਾਂ ਲਿਜਾਣਾ ਹੈ, ਇਹ ਆਪ ਜੀ ਦੇ ਅੱਗੇ ਆਪਾਂ ਵਿਚਾਰ ਰੱਖਾਂਗੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਦੇ ਵਿੱਚ ਆਪ ਜੀ ਨੂੰ ਆਤਮਾ ਬੈਦੀ ਜੀ ਔਰ ਤਜਿੰਦਰ ਤੇਜੀ ਜੀ, ਜੋ ਕਿ ਧੀਆਂ ਦੀ ਸੁਰੱਖਿਆ, ਹੋਰ ਵੀ ਜੋ ਧੀਆਂ ਦੇ ਆਪਾਂ ਵਿਚਾਰ ਜੋ ਹੈ, ਜੋ ਕਿ ਸਾਡੇ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਮਾਤਾ ਕਰਮਾਬਾਈ ਜੀ ਨੂੰ, ਮਾਤਾ ਝਾਲਾਬਾਈ ਜੀ ਨੂੰ, ਔਰ ਇਸ ਦੇ ਨਾਲ ਹੀ ਸੰਤ ਮੀਰਾਬਾਈ ਜੀ ਨੂੰ ਆਪਣੇ ਉਹਨਾਂ ਨੇ ਚਾਨੀ ਲਗਾਇਆ। ਔਰ ਜਿਹੜੀ ਸਾਨੂੰ ਵਿਚਾਰਧਾਰਾ ਜਿਸ ਤਰ੍ਹਾਂ ਹੋਰ ਵੀ ਜਾਤ ਪਾਤ ਦਾ ਖੰਡਨ ਦੇ ਨਾਲ ਹੀ ਬਰਾਬਰਤਾ ਦਾ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਜੋ ਕਿ ਆਤਮਾ ਬੈਦੀ ਜੀ ਹੁਣਾਂ ਦੇ, ਤਜਿੰਦਰ ਤੇਜੀ ਜੀ ਦੇ ਹੁਣਾਂ ਦੇ ਵਿਚਾਰ ਆਪਾਂ ਬ੍ਰੇਕ ਦੇ ਬਾਅਦ ਜੁੜਨਾ ਹੈ। ਔਰ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਬ੍ਰੇਕ ਦੇ ਨਜ਼ਦੀਕ ਆ ਰਹੇ ਹਾਂ, ਤਾਂ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਇਸੇ ਤਰ੍ਹਾਂ ਤੁਸੀਂ ਜੁੜਦੇ ਰਹਿਣਾ ਹੈ। ਔਰ ਬ੍ਰੇਕ ਦੇ ਬਾਅਦ ਆਪਾਂ ਆਪ ਜੀ ਦੇ ਅੱਗੇ ਆਤਮਾ ਬੈਦੀ ਜੀ ਦੇ ਔਰ ਤਜਿੰਦਰ ਤੇਜੀ ਜੀ ਦੇ ਵਿਚਾਰ ਰੱਖਾਂਗੇ।
ਗੁਰੂ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ। ਔਰ ਇਸੇ ਤਰ੍ਹਾਂ ਆਪਾਂ ਸਮਾਜਿਕ ਕੁਰੀਤੀਆਂ ਭਾਰਤ ਦੇਸ਼ ਵਿੱਚ ਔਰ ਬ੍ਰਿਟਿਸ਼ ਜੋ ਕਿ ਇੰਗਲੈਂਡ ਯੂਕੇ ਦੇ ਵਿੱਚ ਜੋ ਗੌਰਮੈਂਟ ਦਾ ਯੋਗਦਾਨ ਹੈ ਨੌਜਵਾਨਾਂ ਲਈ ਔਰ ਇਸ ਸਮਾਜ ਔਰ ਸੁਸਾਇਟੀ ਲਈ, ਇਹ ਆਪਾਂ ਵਿਚਾਰ ਅੱਜ ਲੈਂਦੇ ਹਾਂ। ਮੇਰੇ ਸੱਜੇ ਪਾਸੇ ਬੈਠੇ ਹਨ ਤੇਜਿੰਦਰ ਤੇਜੀ ਜੀ। ਜੈ ਗੁਰਦੇਵ। ਜੈ ਗੁਰਦੇਵ ਜੀ। ਔਰ ਤੇਜਿੰਦਰ ਤੇਜੀ ਜੀ ਜਿਸ ਤਰ੍ਹਾਂ ਸੰਗਤ ਜਾਣਦੀ ਹੈ, ਇਨੀ ਲੋਕ ਗਾਇਕ ਹਨ ਔਰ ਮਿਸ਼ਨਰੀ ਗੀਤ ਵੀ ਇਨੀ ਬਹੁਤ ਹੀ ਗਾਏ ਹਨ। ਰਵਿਦਾਸੀਆ ਕੌਮ ਲਈ ਇਨੀ ਬਹੁਤ ਹੀ ਇਹਨਾਂ ਦੀ ਸੇਵਾਵਾਂ ਔਰ ਇਹਨਾਂ ਦੇ ਅੱਜ ਆਪਾਂ ਜੋ ਕਿ ਸੋਸ਼ਲ ਤੌਰ 'ਤੇ ਆਪਾਂ ਇਹਨਾਂ ਦੇ ਵਿਚਾਰ ਅੱਜ ਲੈਣੇ ਹਨ। ਔਰ ਇਹਨਾਂ ਨੇ ਵੀ ਤੇਜਿੰਦਰ ਤੇਜੀ ਜੀ ਉਹਨਾਂ ਨੇ ਰੂਰਲ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਇਨੀ ਸੇਵਾਵਾਂ ਕੀਤੀਆਂ ਔਰ ਡਿਸਟ੍ਰਿਕਟ ਯੂਥ ਅਵਾਰਡ ਵੀ ਇਹਨਾਂ ਨੂੰ ਮਿਲੇ, ਇਨੀ ਪ੍ਰਾਪਤ ਕੀਤੇ। ਔਰ ਮੇਰੇ ਖੱਬੇ ਪਾਸੇ ਬੈਠੇ ਹਨ ਆਤਮਾ ਵਿਰਦੀ ਜੀ। ਔਰ ਜਿਸ ਤਰ੍ਹਾਂ ਸੰਗਤ ਜਾਣਦੀ ਹੈ ਯੂਕੇ ਦੇ ਵਿੱਚ ਜੈ ਗੁਰਦੇਵ। ਜੈ ਗੁਰਦੇਵ ਜੀ। ਔਰ ਯੂਕੇ ਦੇ ਵਿੱਚ ਇਹਨਾਂ ਦੇ ਜੋ ਕਿ ਰਵਿਦਾਸੀਆ ਕੌਮ ਲਈ ਸੈਂਸਸ ਵਿੱਚ ਵੀ ਇਹਨਾਂ ਦਾ ਬਹੁਤ ਹੀ ਯੋਗਦਾਨ ਸੀ। ਔਰ ਇਸ ਦੇ ਨਾਲ ਲੱਗਦਾ ਇਨੀ ਵੀ ਆਪਣੇ ਜੋ ਕਿ ਕੰਮਕਾਰ ਇਨੀ ਜੋ ਵਿਚਰਦੇ ਹਨ ਇਨੀ ਬ੍ਰਿਟਿਸ਼ ਯੂਥ ਸਰਵਿਸਿਜ਼ ਦੇ ਵਿੱਚ ਔਰ ਇਨੀ ਸੋਸ਼ਲ ਸਰਵਿਸਿਜ਼ ਦੇ ਵਿੱਚ ਇਨੀ ਵਿਚਰਦੇ ਹਨ ਔਰ ਕੰਮ ਕਰ ਰਹੇ ਹਨ। ਔਰ ਆਪ ਜੀ ਨੂੰ ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਸੋ ਸਭ ਤੋਂ ਪਹਿਲਾਂ ਆਪਾਂ ਅਗਰ ਇੰਡੀਅਨ ਗੌਰਮੈਂਟ ਦਾ, ਭਾਰਤ ਦੇਸ਼ ਜੋ ਗੌਰਮੈਂਟ ਦਾ ਤੇਜਿੰਦਰ ਤੇਜੀ ਜੀ ਆਪਾਂ ਯੋਗਦਾਨ ਉਹਨਾਂ ਦੀ ਜੋ ਯੂਥ ਸਰਵਿਸਿਜ਼ ਹਨ ਔਰ ਆਪ ਜੀ ਦਾ ਵੀ ਜੋ ਸੋਸ਼ਲ ਤੁਸੀਂ ਜਿਹੜਾ ਕੰਮ ਕੀਤਾ ਹੈ, ਤੁਸੀਂ ਅਵਾਰਡ ਵੀ ਪ੍ਰਾਪਤ ਕੀਤੇ ਹਨ ਜੀ, ਇਸ ਦੇ ਉੱਤੇ ਤੁਸੀਂ ਥੋੜਾ ਚਾਨਣਾ ਪਾਓ। ਜੀ ਜਤਿੰਦਰ ਜੀ, ਨਹਿਰੂ ਯੁਵਾ ਕੇਂਦਰ ਜਿਹੜਾ ਇੱਕ ਅਦਾਰਾ ਯੂਥ ਅਫੇਅਰਸ ਐਂਡ ਸਪੋਰਟਸ ਗਵਰਨਮੈਂਟ ਆਫ ਇੰਡੀਆ ਦਾ ਅਦਾਰਾ ਹੈ, ਇਹਦੇ ਨਾਲ ਮੈਂ 3 ਸਾਲ ਕੰਮ ਕੀਤਾ ਹੈ ਨੈਸ਼ਨਲ ਸਰਵਿਸ ਵਲੰਟੀਅਰ ਬਤੌਰੇ। ਔਰ ਉਸ ਤੋਂ ਪਹਿਲਾਂ ਵੀ ਔਰ ਉਸ ਤੋਂ ਬਾਅਦ ਵੀ ਮੈਂ ਆਪਣੀ ਕਲੱਬ ਡਾਕਟਰ BR ਅੰਬੇਦਕਰ ਯੂਥ ਕਲੱਬ ਜਿਹੜੀ ਉਹਦਾ ਮੈਂ ਜਨਰਲ ਸਕੱਤਰ ਹਾਂ ਔਰ ਹੁਣ ਵੀ ਉਹ ਕਲੱਬ ਕੰਮ ਕਰ ਰਹੀ ਹੈ। ਅਸੀਂ ਨੌਜਵਾਨਾਂ ਦੇ ਨਾਲ ਕਾਫੀ ਮਿਲ ਕੇ ਕੰਮ ਕੀਤਾ। ਜਿਸ ਤਰ੍ਹਾਂ ਪ੍ਰੋਗਰਾਮ ਰੂਰਲ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਕਲਚਰ ਪ੍ਰੋਗਰਾਮ, ਸਪੋਰਟਸ, ਐਜੂਕੇਸ਼ਨਲ ਕੰਪੀਟੀਸ਼ਨ, ਹਾਈਕਿੰਗ ਟ੍ਰਿਪ ਔਰ ਐਂਟੀ ਡਰੱਗ, ਇੱਕ ਟ੍ਰੇਨ ਐਂਟੀ ਡਰੱਗ ਹੁਣ ਵੀ ਉਹ ਆਈ ਹੋਈ ਹੈ ਪੰਜਾਬ ਦੇ ਵਿੱਚ। ਔਰ ਜਦੋਂ ਅਸੀਂ ਉਸ ਵੇਲੇ ਉਹਦੇ ਨਾਲ ਵੀ ਕੰਮ ਕੀਤਾ, ਇੱਕ ਤੰਬਾਕੂ ਨਸ਼ਾ ਵਿਰੋਧੀ ਇੱਕ ਔਰ ਹੋਰ ਸੈਮੀਨਾਰ ਕਾਫੀ ਐਜੂਕੇਸ਼ਨਲ ਸੈਮੀਨਾਰ ਸੀ ਜਿਹਦੇ ਵਿੱਚ ਅਸੀਂ ਕਾਫੀ ਪ੍ਰੋਗਰਾਮ ਉਹਦੇ ਵਿੱਚ ਨੌਜਵਾਨਾਂ ਨੂੰ ਮੁੱਖ ਰੱਖ ਕੇ ਨੌਜਵਾਨਾਂ ਦੇ ਲਈ ਉਹ ਪ੍ਰੋਗਰਾਮ ਕਰਵਾਏ। ਔਰ ਜਿੱਦਾਂ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਇੰਡੀਆ ਦੇ ਪੰਜਾਬ ਦੇ ਪਿੰਡ ਜਿਹੜੇ ਪਛੜੇ ਏਰੀਆ ਦੇ ਵਿੱਚ ਜਾ ਕੇ ਅਸੀਂ ਯੂਥ ਕਲੱਬਾਂ ਨੂੰ ਅਸੀਂ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਖੜਾ ਕਰਦੇ ਸੀ ਔਰ ਉਹਨਾਂ ਨੂੰ ਗੌਰਮੈਂਟ ਨਹਿਰੂ ਯੁਵਾ ਕੇਂਦਰ ਦੇ ਵੱਲੋਂ ਅਸੀਂ ਉਹਨਾਂ ਨੂੰ ਮੁਹੱਈਆ ਕਰਾਉਂਦੇ ਸੀ ਜੋ ਵੀ ਫਾਈਨੈਂਸ਼ੀਅਲ ਉਹਨਾਂ ਨੂੰ ਸਪੋਰਟਸ ਲਈ, ਮਿਊਜ਼ੀਕਲ ਪ੍ਰੋਗਰਾਮ ਲਈ, ਹੋਰ ਜਿਹੜੇ ਸੈਮੀਨਾਰ ਕਰਵਾਉਣ ਲਈ, ਕੈਂਪ, ਮੈਡੀਕਲ ਕੈਂਪਾਂ ਲਈ ਅਸੀਂ ਉਹਨਾਂ ਨੂੰ ਪੈਸਾ ਮੁਹੱਈਆ ਕਰਵਾਉਂਦੇ ਸੀਗੇ। ਔਰ ਕਿਉਂਕਿ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਯੂਥ ਬੇਰੁਜ਼ਗਾਰੀ ਬਹੁਤ ਹੈ ਔਰ ਨਸ਼ਿਆਂ ਦਾ ਰੁਝਾਨ ਇੰਨਾ ਚੱਲਿਆ ਹੈ ਕਿ ਬਹੁਤ ਹੀ ਜ਼ਿਆਦਾ ਪੰਜਾਬ ਦੇ ਵਿੱਚ, ਖਾਸ ਕਰ ਆਪਣੇ ਪੰਜਾਬ ਦੇ ਵਿੱਚ। ਨਹਿਰੂ ਯੁਵਾ ਕੇਂਦਰ ਦਾ ਇਹ ਇੱਕ ਉਪਰਾਲਾ ਸੀ ਨੌਜਵਾਨ ਜਿਹੜਾ ਮਿਨਿਸਟਰੀ ਆਫ ਯੂਥ ਅਫੇਅਰ ਦਾ, ਕਿ ਨੌਜਵਾਨਾਂ ਨੂੰ ਆਪਾਂ ਅੱਗੇ ਲਿਆ ਕੇ ਨੌਜਵਾਨਾਂ ਦੇ ਮੋਢਿਆਂ 'ਤੇ ਭਾਰ ਦੇ ਕੇ ਇਹਨਾਂ ਨੂੰ ਆਪਾਂ ਅੱਗੇ ਲਿਆ ਕੇ ਕੁਛ ਨਾ ਕੁਛ ਸਪੋਰਟਸ ਦਾ, ਮਿਊਜ਼ੀਕਲ ਦਾ, ਐਜੂਕੇਸ਼ਨ ਦਾ ਇਹਨਾਂ ਦੇ ਨਾਲ ਖੜਾ ਹੋ ਕੇ ਆਪਾਂ ਕੰਮ ਕਰ ਸਕੀਏ। ਉਹ ਅਸੀਂ ਕਾਫੀ ਇਹਨਾਂ ਦੇ ਨਾਲ ਕੰਮ ਕੀਤਾ ਜੀ। ਬਹੁਤ ਬਹੁਤ ਧੰਨਵਾਦ ਜੀ। ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਸੰਗਤ ਨੂੰ ਆਪਾਂ ਆਪ ਜੀ ਦੇ ਨਾਲ ਆਪਾਂ ਤੁਸੀਂ ਰੂਬਰੂ ਹੋ ਰਹੇ ਹਾਂ ਜੀ। ਔਰ ਆਪ ਗਾਇਕ ਵੀ ਹੋ, ਲੋਕ ਗਾਇਕ ਹੋ, ਮਿਸ਼ਨਰੀ ਗੀਤ ਵੀ ਆਪ ਜੀ ਨੇ ਗਾਏ ਹਨ ਜੀ। ਲੇਕਿਨ ਜੋ ਸਮਾਜਿਕ ਕੁਰੀਤੀਆਂ ਹਨ ਕਿ ਗਾਇਕੀ ਇਸ ਨੂੰ ਜੋ ਆਮ ਲੋਕਾਈ ਹੈ, ਜੋ ਜਨ ਜਨ ਤੱਕ ਇਹ ਜਾਗਰਤ ਕਰਾ ਸਕਦੀ ਹੈ ਕਿ ਗਾਇਕੀ ਦੇ ਤੌਰ ਤੇ ਆਪਾਂ ਜਾਗਰਤ ਹੋ ਸਕਦੇ ਹਾਂ। ਜੀ ਬਿਲਕੁਲ ਜੀ, ਬਿਲਕੁਲ। ਕਿਉਂਕਿ ਜਿਹੜਾ ਇੰਟਰਟੇਨਮੈਂਟ ਦੇ ਥਰੂ ਆਪਾਂ ਲੋਕਾਂ ਦੇ ਕੋਲ ਪਹੁੰਚਾ ਸਕਦੇ ਹਾਂ, ਜਿਹੜਾ ਸੁਨੇਹਾ ਆਪਾਂ ਇੰਟਰਟੇਨਮੈਂਟ ਦੇ ਥਰੂ, ਤੁਸੀਂ ਦੇਖੋ ਫਿਲਮਾਂ ਦੇ ਵਿੱਚ ਜੋ ਹੀਰੋ ਕਰਦਾ ਹੈ ਲੋਕ ਉਹਨੂੰ ਆਪਣਾ ਆਦਰਸ਼ ਮੰਨਦੇ ਆ ਕਿ ਮੈਂ ਵੀ ਇਹ ਕਰ ਸਕਦਾ। ਅਸੀਂ ਇਹ ਕਹਿੰਦੇ ਹਾਂ ਕਿ ਇੰਟਰਟੇਨਮੈਂਟ ਦੇ ਜ਼ਰੀਏ ਜੇ ਆਪਾਂ ਲੋਕਾਂ ਨੂੰ ਸੁਨੇਹਾ ਦਈਏ ਤਾਂ ਬਹੁਤ ਕੁਝ ਹੋ ਸਕਦਾ ਹੈ।
ਜਿੱਦਾਂ ਮੈਂ ਭਰੂਣ ਹੱਤਿਆ ਤੇ ਇੱਕ ਜਿੱਦਾਂ ਹੁਣ ਪੰਜਾਬ ਦੇ ਵਿੱਚ ਬੜੀ ਇਹ ਲਹਿਰ ਚ ਪਤਾ ਨਹੀਂ ਕਿਉਂ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਕੁੜੀਆਂ ਦੇ ਨਾ ਪ੍ਰਤੀ ਥਾਂ ਥਾਂ ਤੁਸੀਂ ਇਹ ਜ਼ਰੂਰ ਲਿਖਿਆ ਹੁੰਦਾ ਹੈ ਕਿ ਹਰ ਹਸਪੀਟਲ ਦੇ ਬਾਹਰ ਲਿਖਿਆ ਹੁੰਦਾ ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ, ਪਰ ਉਹਦੇ ਪਿੱਛੇ ਕੀ ਚੱਲ ਰਿਹਾ ਹੁੰਦਾ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਹੀ ਇਹ ਜ਼ਿਆਦਾ ਕੰਮ ਚੱਲ ਰਿਹਾ। ਲਿੰਗ ਨਿਰਧਾਰਨ ਟੈਸਟ, ਇਹ ਅਲਟਰਾਸਾਊਂਡ ਮਸ਼ੀਨਾਂ ਜਿਹੜੀਆਂ ਆ ਇਹ ਸਾਰਾ ਪੰਜਾਬ ਦਾ ਸਾਡੇ ਬੇੜਾ ਗਰਕ ਕਰ ਰਹੀਆਂ। ਇਹਦੇ ਨਾਲ ਹੀ ਲਿੰਗ ਦਾ ਪਤਾ ਲੱਗਦਾ ਹੈ ਕਿ ਕੁੜੀ ਆ ਕਿ ਮੁੰਡਾ, ਔਰ ਬਹੁਤ ਹੀ ਬੁਰਾ ਹਾਲ ਹੈ। ਪਰ ਸਾਡੀ ਜਿਹੜੀ ਸੋਚ ਹੈ, ਸਾਡੀ ਮਨੋਸਥਿਤੀ ਉੱਦਾਂ ਦੀ ਬਣ ਚੁੱਕੀ ਹੈ ਕਿ ਅੱਜ ਕੱਲ੍ਹ ਦੇਖੋ ਦਿੱਲੀ ਦੇ ਵਿੱਚ ਜਿਹੜਾ ਗੈਂਗ ਰੇਪ ਹੋਇਆ, ਇੱਕ ਝੰਜੋੜ ਦਿੱਤਾ ਪੂਰੀ ਦੁਨੀਆ ਨੂੰ। ਪੂਰੀ ਦੁਨੀਆ, ਇੱਕ ਇੰਡੀਆ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਉਹਦਾ ਵਿਰੋਧ ਹੋਇਆ ਬਹੁਤ ਹੀ ਜ਼ਿਆਦਾ। ਔਰ ਸਾਡੇ ਮੈਂ ਇਹ ਕਹਿਣਾ ਚਾਹਾਂਗਾ ਕਿ ਕੁੜੀਆਂ ਕਿਉਂ ਆਪਣੇ ਕੁੱਖ ਦੇ ਵਿੱਚ ਕਿਉਂ ਮਰ ਰਹੀਆਂ, ਇਸੇ ਕਰਕੇ ਮਰ ਰਹੀਆਂ ਕਿਉਂਕਿ ਜੇ ਉਹ ਕੁੱਖ ਦੇ ਵਿੱਚ ਵੀ ਸੁਰੱਖਿਅਤ ਨਹੀਂ ਔਰ ਕੁੱਖ ਤੋਂ ਬਾਹਰ ਵੀ ਸੁਰੱਖਿਅਤ ਨਹੀਂ ਸਾਡੀਆਂ ਕੁੜੀਆਂ। ਔਰ ਇੱਕ ਗੀਤ ਮੈਨੂੰ ਯਾਦ ਆ ਰਿਹਾ, ਤੁਹਾਡੀ ਮੈਂ ਨਜ਼ਰ ਕਰ ਰਿਹਾ, ਮੇਰਾ ਰਿਕਾਰਡ ਹੋ ਚੁੱਕਾ ਗੀਤ ਜ਼ਰੂਰ, ਜਿਹੜਾ ਮਾਂ-ਬਾਪ ਆਪਣੇ ਬੇਟੀਆਂ ਨੂੰ ਜਦੋਂ ਮੁੰਡਾ ਜੰਮਦਾ ਤੇ ਕਿੰਨੀਆਂ ਆਪਾਂ ਖੁਸ਼ੀਆਂ ਮਨਾਉਂਦੇ ਨੇ, ਕੁੜੀ ਸਾਡੇ ਘਰ 'ਚ ਆ ਜਾਵੇ ਤਾਂ ਅਸੀਂ ਬੜੇ ਦੁਖੀ ਹੋ ਜਾਂਦੇ ਵੇ, ਪਤਾ ਨਹੀਂ ਕੀ ਸਾਡੇ ਤੇ ਪਹਾੜ ਡਿੱਗ ਪਿਆ। ਉਹ ਇੱਕ ਸਥਾਈ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਇੱਕ, ਕਿਉਂਕਿ ਮੇਰਾ ਗੀਤ ਰਿਕਾਰਡ ਹੋ ਚੁੱਕਾ, ਥੋੜੇ ਦੇਰ ਤੱਕ ਉਹ ਆ ਜਾਣਾ, ਰਿਲੀਜ਼ ਹੋ ਜਾਣਾ। ਜਦ ਮੈਂ ਸੀ ਜੰਮੀ ਮੇਰੀ ਰੋਣ ਲੱਗੀ ਅੰਮੀ, ਜਦ ਮੈਂ ਸੀ ਜੰਮੀ ਮੇਰੀ ਰੋਣ ਲੱਗੀ ਅੰਮੀ, ਵੇਖ ਬਾਬੁਲ ਵੀ ਪਰੇ ਹਟ ਕੋਰੇ, ਪੁੱਤ ਜੰਮੇ ਢੋਲ ਵੱਜਦੇ, ਧੀਆਂ ਜੰਮੀਆਂ ਤੇ ਪੈ ਜਾਣ ਲੋੜੇ, ਪੁੱਤ ਜੰਮੇ ਢੋਲ ਵੱਜਦੇ, ਧੀਆਂ ਜੰਮੀਆਂ ਤੇ ਪੈ ਜਾਣ ਲੋੜੇ, ਪੁੱਤ ਜੰਮੇ ਢੋਲ ਵੱਜਦੇ, ਹੈ ਪੁੱਤ ਜੰਮੇ ਢੋਲ ਵੱਜਦੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਵਧੀਆ। ਔਰ ਇਸੇ ਤਰ੍ਹਾਂ ਆਪਾਂ ਜੋ ਕਿ ਸਮਾਜਿਕ ਕੁਰੀਤੀਆਂ ਜੀ ਔਰ ਜੋ ਕਿ ਗੌਰਮੈਂਟਾਂ ਦਾ ਜੋ ਯੋਗਦਾਨ ਹੈ ਜੀ, ਔਰ ਜੇ ਆਪਾਂ ਆਤਮਾ ਬੈਨਰਜੀ ਜੀ ਆਪ ਜੀ ਦੇ ਵੱਲ ਆਪਾਂ ਆਈਏ, ਕਿਉਂਕਿ ਆਪ ਵੀ ਬ੍ਰਿਟਿਸ਼ ਯੂਥ ਸਰਵਿਸਿਜ਼ ਵਿੱਚ ਆਪ ਕੰਮ ਕਰ ਰਹੇ ਹੋ, ਔਰ ਜੇ ਆਪਾਂ ਬ੍ਰਿਟਿਸ਼ ਗੌਰਮੈਂਟ ਦਾ ਯੋਗਦਾਨ ਦੇਖੀਏ ਜੋ ਕਿ ਨੌਜਵਾਨਾਂ ਲਈ ਦੇਖ ਰੇਖ ਲਈ ਔਰ ਜਦ ਉਹਨਾਂ ਦੀ ਸਹਾਇਤਾ ਲਈ ਕੀ ਕੁਝ ਯੋਗਦਾਨ ਹੈ ਬ੍ਰਿਟਿਸ਼ ਗੌਰਮੈਂਟ ਦਾ? ਵਿਕੀ ਕਾਰਾ ਜੀ, ਸਭ ਤੋਂ ਪਹਿਲਾਂ ਜੈ ਗੁਰਦੇਵ। ਮੈਂ ਆਪ ਜੀ ਦਾ ਅਤੇ ਕਾਂਚੀ ਟੀਵੀ ਮੈਨੇਜਮੈਂਟ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਬਖਸ਼ਿਆ ਆਪ ਜੀ ਨਾਲ ਵਿਚਾਰ ਸਾਂਝੇ ਕਰਨ ਦਾ। ਜਿਹੜੀ ਬ੍ਰਿਟਿਸ਼ ਗੌਰਮੈਂਟ ਹੈ ਉਹ ਯੂਥ ਦੇ ਲਈ ਬਹੁਤ ਕੁਝ ਕਰਦੀ ਆ, ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ। ਉਹਨਾਂ ਨੂੰ ਅਗਰ ਉਹ ਕੁਝ ਪਿੱਛੇ ਪੜ੍ਹਾਈ ਵਿੱਚ ਕੁਛ ਪਿੱਛੇ ਹਨ ਜਾਂ ਉਹ ਡਿਸੇਬਲ ਹਨ, ਉਹਨਾਂ ਨੂੰ ਹੋਮਾਂ ਦੇ ਵਿੱਚ ਰੱਖ ਕੇ ਤਾਂ ਉਹਨਾਂ ਨੂੰ ਬਹੁਤ ਫੈਸਿਲਿਟੀਆਂ ਦਿੰਦੀ ਆ, ਉਹਨਾਂ ਨੂੰ ਫ੍ਰੀ ਸੇਵਾ ਦਿੰਦੀ ਹੈ। ਅਤੇ ਹੁਣ ਮੈਂ ਭਾਰਤ ਵਿੱਚ ਸੋਸ਼ਲ ਸਰਵਿਸ ਦੀ ਗੱਲ ਕਰਾਂਗਾ। ਭਾਰਤ ਵਿੱਚ ਸੋਸ਼ਲ ਸਰਵਿਸ ਬਹੁਤ ਘੱਟ ਹਨ, ਉਹ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹਨ। ਗਰੀਬ ਜਨਤਾ ਨੂੰ ਇਸ ਦੀ ਅਵੇਅਰਨੈਸ ਨਹੀਂ ਹੈ ਅਤੇ ਸੋਸ਼ਲ ਸਰਵਿਸ ਦਾ ਫਾਇਦਾ ਜਿਨ੍ਹਾਂ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ। ਭਾਰਤ ਵਿੱਚ ਇਕੁਆਲਿਟੀ ਬਹੁਤ ਘੱਟ ਹੈ, ਨਾ ਬਰਾਬਰੀ, ਕਰਪਸ਼ਨ ਹੋਣ ਕਾਰਨ ਜ਼ਰੂਰਤਮੰਦ ਲੋਕਾਂ ਨੂੰ ਸੋਸ਼ਲ ਸਰਵਿਸ ਦਾ ਬੈਨੀਫਿਟ ਦਾ ਲਾਭ ਘੱਟ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਜੀ। ਔਰ ਇਸੇ ਤਰ੍ਹਾਂ ਤੇਜਿੰਦਰ ਤੇਜੀ ਜੀ, ਜਿਸ ਤਰ੍ਹਾਂ ਆਪਾਂ ਆਪ ਜੀ ਨੇ ਵੀ ਬਹੁਤ ਹੀ ਆਪ ਜੀ ਦੀ ਜੋ ਡਿਸਟ੍ਰਿਕਟ ਯੂਥ ਅਵਾਰਡ ਵੀ ਆਪ ਜੀ ਨੂੰ ਮਿਲਿਆ, ਰੂਰਲ ਡਿਵੈਲਪਮੈਂਟ ਪ੍ਰੋਗਰਾਮਾਂ ਵਿੱਚ ਤੁਸੀਂ ਸਹਿਯੋਗ ਪਾਇਆ ਤੁਸੀਂ। ਔਰ ਲੇਕਿਨ ਜਿਹੜੀ ਜਿਸ ਤਰ੍ਹਾਂ ਆਪਾਂ ਇਹ ਵਿਚਾਰ ਸੁਣੇ ਹਨ ਆਤਮਾ ਬੈਨਰਜੀ ਜੀ ਦੇ, ਤੁਸੀਂ ਇਹਨਾਂ ਵਿਚਾਰਾਂ 'ਤੇ ਕੀ ਕਹਿਣਾ ਚਾਹੋਗੇ ਤੁਸੀਂ? ਇਹਨਾਂ ਦਾ ਮੈਂ ਸਹਿਮਤ ਹਾਂ ਜੀ ਇਹਨਾਂ ਦੇ ਨਾਲ। ਬ੍ਰਿਟਿਸ਼ ਗੌਰਮੈਂਟ ਕਾਫੀ ਕੁਛ ਜਿੱਦਾਂ ਯੂਥ ਲਈ ਕਰਦੀ ਹੈ, ਔਰ ਇੰਡੀਆ ਦੇ ਵਿੱਚ ਜਿੱਦਾਂ ਇਹਨਾਂ ਨੇ ਵੀਰ ਜੀ ਸਾਹਮਣੇ ਕਿਹਾ ਕਿ ਕਰਪਸ਼ਨ ਸਭ ਤੋਂ ਜਦੋਂ ਕਰਪਸ਼ਨ ਦਾ ਨਾਮ ਹੀ ਬੜਾ ਭੈੜਾ ਹੈ, ਕਰਪਸ਼ਨ ਆ ਜਾਂਦੀ ਹੈ ਤੇ ਇੰਡੀਆ ਬ੍ਰਿਟਿਸ਼ ਗੌਰਮੈਂਟ ਔਰ ਇੰਡੀਆ ਗੌਰਮੈਂਟ ਦੇ ਵਿੱਚ ਕਾਫੀ ਫਰਕ ਹੈ, ਬਹੁਤ ਹੀ ਜ਼ਿਆਦਾ ਫਰਕ ਹੈ। ਮੈਂ ਦੇਖਿਆ ਇੱਥੇ ਕਿੰਨੀਆਂ ਫੈਸਿਲਿਟੀਆਂ ਨੇ, ਬਹੁਤ ਹੀ ਜ਼ਿਆਦਾ ਫੈਸਿਲਿਟੀਆਂ ਨੇ ਜੋ ਕਿ ਇੰਡੀਆ ਗੌਰਮੈਂਟ ਦੇ ਕਾਫੀ ਉਹ ਵੀ ਜਿੱਦਾਂ ਕਰ ਰਹੀ ਹੈ, ਪਰ ਜਦੋਂ ਸਾਡੇ ਲੋਕਾਂ ਤੱਕ ਉਹ ਚੀਜ਼ ਪਹੁੰਚਦੀ ਹੈ ਉਹ ਬਿਲਕੁਲ ਥੋੜ੍ਹੀ ਜਿਹੀ ਰਹਿ ਜਾਂਦੀ ਹੈ।
ਇਸ ਕਰਕੇ ਕਰਪਸ਼ਨ ਦੇ ਕਰਕੇ ਕਰਪਸ਼ਨ ਇਹ ਜਿਹੜੀ ਆ ਉਹ ਇੱਥੇ ਮੈਂ ਦੇਖਿਆ ਬੜਾ ਸਾਫ਼ ਸੁਥਰੀ ਬੜਾ ਵਧੀਆ ਸਿਸਟਮ ਹੈ ਯੂਕੇ ਦੇ ਵਿੱਚ ਬਹੁਤ ਵਧੀਆ ਬ੍ਰਿਟਿਸ਼ ਸਿਸਟਮ ਬਹੁਤ ਵਧੀਆ ਆ ਤੇ ਔਰ ਇੰਡੀਆ ਦੇ ਵਿੱਚ ਉਹ ਸਿਸਟਮ ਨੂੰ ਸੁਧਾਰਨਾ ਪੈਣਾ ਬਹੁਤ ਜ਼ਿਆਦਾ। ਬਹੁਤ ਬਹੁਤ ਧੰਨਵਾਦ ਜੀ। ਔਰ ਜਿਹੜੇ ਅੰਤਰ ਹਨ ਜਿਸ ਤਰ੍ਹਾਂ ਆਪਾਂ ਕੰਪੈਰੀਜ਼ਨ ਆਪਾਂ ਸੁਣੇ ਹਨ ਆਤਮਾ ਬਿਰਦੀ ਜੀ, ਤੁਸੀਂ ਇਹ ਅੰਤਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੇ ਸਰਵਿਸਿਜ਼ ਇੱਥੇ ਬ੍ਰਿਟਿਸ਼ ਜੋ ਦੇ ਰਹੀ ਹੈ ਇੱਥੇ ਦੇ ਜੰਪਾਲਾਂ ਨੂੰ ਦੇਖ ਰੇਖ ਲਈ ਔਰ ਜੋ ਇੰਡੀਆ ਦੇ ਵਿੱਚ ਆਪਾਂ ਜਿਸ ਤਰ੍ਹਾਂ ਆਪਾਂ ਤੇਜਿੰਦਰ ਤੇਜੀ ਜੀ ਉਹਨਾਂ ਦੇ ਆਪ ਨੇ ਵੀ ਥੋੜ੍ਹੇ ਜਿਹੇ ਤੁਸੀਂ ਆਪੇ ਵਿਚਾਰ ਦਿੱਤੇ ਸੀ, ਲੇਕਿਨ ਇਸ ਅੰਤਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਡਿਫਰੈਂਸਿਸ ਜਿਹੜੇ ਹਨ? ਬ੍ਰਿਟਨ ਵਿੱਚ ਜਨਤਾ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ। ਭਾਰਤ ਵਿੱਚ ਤਾਂ ਫੇਵਰਟਿਜ਼ਮ ਐਂਡ ਕਰਪਸ਼ਨ ਬਹੁਤ ਹੈ। ਇਸ ਕਰਕੇ ਸਾਡੇ ਮੁਲਕ ਦੀ ਤਰੱਕੀ ਹੋਰ ਜ਼ਿਆਦਾ ਹੋਣੀ ਚਾਹੀਦੀ ਸੀ। ਸਾਰਿਆਂ ਨੂੰ ਬਰਾਬਰੀ ਮਿਲਣੀ ਚਾਹੀਦੀ ਸੀ। ਬਰਾਬਰੀ ਨਾ ਮਿਲਣ ਕਾਰਨ ਅਸੀਂ ਹਾਲੇ ਹੀ ਬਹੁਤ ਮੁਲਕਾਂ ਤੋਂ ਪਿੱਛੇ ਰਹਿ ਗਏ ਹਾਂ। ਸਾਨੂੰ ਵੀ ਵੱਧ ਚੜ੍ਹ ਕੇ ਸਹਿਯੋਗੀ ਬਣਨਾ ਚਾਹੀਦਾ ਹੈ। ਭਾਰਤ ਦੇਸ਼ ਦੀ ਗਰੀਬ ਜਨਤਾ ਲਤਾੜੇ ਹੋਏ ਸਮਾਜ ਨੂੰ ਪੈਰਾਂ 'ਤੇ ਖੜੇ ਕਰਨ ਦੀ ਲਈ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਅਤੇ ਸਪੋਰਟ ਕਰਨੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਜੀ। ਔਰ ਅੰਤ ਵਿੱਚ ਤੇਜਿੰਦਰ ਤੇਜੀ ਜੀ, ਤੁਸੀਂ ਜੋ ਕਿ ਸਾਡੇ ਜੋ ਦਰਸ਼ਕ ਹਨ ਜੀ, ਜਿਹੜੀ ਰਵਿਦਾਸੀਆ ਕੌਮ ਹੈ ਜੀ, ਜਾਂ ਫਿਰ ਸਾਡੇ ਜੋ ਸੰਸਥਾਵਾਂ ਹਨ, ਸਾਰੇ ਮੇਰੇ ਖਿਆਲ ਇਸ ਦੇ ਵਿੱਚ ਯੋਗਦਾਨ ਪਾ ਸਕਦੇ ਹਨ ਔਰ ਤੁਸੀਂ ਇਸ ਦੇ ਅੰਤ ਵਿੱਚ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ, ਮੇਰੀ ਹੱਥ ਜੋੜ ਕੇ ਬੇਨਤੀ ਵੀ ਹੈ ਜਿੱਦਾਂ ਯੂਕੇ ਦੀਆਂ ਸੰਸਥਾਵਾਂ ਨੇ ਔਰ ਸਾਡੇ ਸਮਾਜ ਦੇ ਇੱਥੇ ਜਿੰਨੇ ਵੀ ਲੋਕ ਨੇ, ਜਿੰਨੇ ਵੀ ਸਾਡੇ ਭਰਾ ਨੇ, ਜਿਸ ਤਰ੍ਹਾਂ ਅਸੀਂ ਵੀ ਉੱਥੇ ਕਾਫੀ ਕਲੱਬਾਂ ਦੇ ਨਾਲ ਰਲ ਕੇ ਕੰਮ ਕੀਤਾ ਔਰ ਕਾਫੀ ਕੁਛ ਆਪਣੇ ਕਮਾਈ ਦੇ ਵਿੱਚੋਂ ਅਸੀਂ ਕਾਫੀ ਕੁਛ ਕੀਤਾ, ਠੀਕ ਹੈ, ਜਿੰਨਾ ਵੀ ਥੋੜ੍ਹਾ ਥੋੜ੍ਹਾ ਅਸੀਂ ਕਰਦੇ ਸੀ, ਨੌਜਵਾਨ ਕਰਦੇ ਸੀ ਔਰ ਅਸੀਂ ਇੱਥੇ ਆ ਕੇ ਬਹੁਤ ਯੋਗਦਾਨ ਸਾਨੂੰ ਬਾਹਰੋਂ ਕੰਟਰੀਆਂ ਤੋਂ ਵੀ ਮਿਲਿਆ। ਅਸੀਂ ਵੀ ਚਾਹੁੰਦੇ ਹਾਂ ਕਿ ਜਿੱਦਾਂ ਹੁਣ ਅਸੀਂ ਇੱਥੇ ਬੈਠੇ ਹਾਂ, ਸਾਡਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਹੈ ਔਰ ਅਸੀਂ ਇਸ ਕੰਟਰੀ ਦੇ ਵਿੱਚ ਬੈਠੇ ਹਾਂ, ਬੜੇ ਵਧੀਆ ਤਰੀਕੇ ਦੇ ਨਾਲ ਬੈਠੇ ਖਾਂਦੇ ਪੀਂਦੇ ਹਾਂ ਔਰ ਸਾਡੀ ਜਿਹੜੀ ਗਰੀਬ ਜਨਤਾ ਉਹਨਾਂ ਲਈ ਜ਼ਰੂਰ ਸਾਡੀਆਂ ਸੰਸਥਾਵਾਂ ਨੂੰ ਮੇਰੀ ਬੇਨਤੀ ਹੈ ਕਿ ਉਹਨਾਂ ਲਈ ਵੀ ਕੁਛ ਨਾ ਕੁਛ ਕੀਤਾ ਜਾਵੇ। ਜ਼ਰੂਰ ਸਾਡੇ ਧਾਰਮਿਕ ਸਥਾਨ ਨੇ, ਸਾਡੇ ਸਮਾਜ ਦੇ ਲੋਕ ਨੇ, ਉਹਨਾਂ ਲਈ ਮੇਰੀ ਫਿਰ ਮੈਂ ਇੱਕ ਵਾਰ ਕਹਿਣਾ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਤੁਸੀਂ ਯੋਗਦਾਨ ਪਾਓ ਔਰ ਤੁਹਾਨੂੰ ਪਤਾ ਕਿ ਜਿਹੜਾ ਸੇਵਾ ਦਾ ਫਲ ਬੜਾ ਮਿੱਠਾ ਹੁੰਦਾ ਹੈ ਔਰ ਇਸ ਕਰਕੇ ਮੇਰੀ ਬੇਨਤੀ ਹੈ ਕਿ ਜ਼ਰੂਰ ਸੇਵਾ ਦਾ ਤੁਸੀਂ ਮੌਕਾ ਜਿਹੜਾ ਇਹ ਗਵਾਉਣਾ ਨਹੀਂ ਚਾਹੀਦਾ ਕਿਸੇ ਵੀ ਬੰਦੇ, ਕਿਸੇ ਵੀ ਇਨਸਾਨ ਨੂੰ। ਤੋ ਮੇਰਾ ਤਾਂ ਇਹੀ ਕਹਿਣਾ ਹੈ ਕਿ ਜ਼ਰੂਰ ਸਾਰਿਆਂ ਨੂੰ ਹਿੱਸਾ ਪਾਉਣਾ ਚਾਹੀਦਾ ਹੈ, ਯੋਗਦਾਨ ਪਾਉਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ ਜੀ। ਔਰ ਇਸੇ ਤਰ੍ਹਾਂ ਤੇਜਿੰਦਰ ਤੇਜੀ ਜੀ, ਆਤਮਾ ਬਿਰਦੀ ਜੀ, ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ। ਤੁਸੀਂ ਆਪ ਜੀ ਆਪਣੇ ਵਿਚਾਰ ਤੁਸੀਂ ਸੰਗਤ ਅੱਗੇ ਰੱਖੇ ਔਰ ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਆਤਮਾ ਬਿਰਦੀ ਜੀ ਔਰ ਤੇਜਿੰਦਰ ਤੇਜੀ ਜੀ। ਇਹਨਾਂ ਨੇ ਆਪ ਜੀ ਦੇ ਅੱਗੇ ਆਪਣੇ ਵਿਚਾਰ ਰੱਖੇ ਔਰ ਹੋਰ ਵੀ ਇਹਨੀ ਆਪਣੀਆਂ ਬੇਨਤੀਆਂ ਵੀ ਰੱਖੀਆਂ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਜੇ ਬੇਨਤੀਆਂ ਦੀ ਗੱਲ ਕਰੀਏ, ਸਾਡੇ ਕਾਂਚੀ ਟੀਵੀ ਦੀ ਮੈਨੇਜਮੈਂਟ ਟੀਮ ਹਰਬੰਸ ਲਾਲ ਜੀ ਜੋ ਕਿ ਇਟਲੀ ਵਿਖੇ ਹਨ, ਉਹਨਾਂ ਦੀ ਮਾਇਆ, ਉਹਨਾਂ ਦੀ ਸੇਵਾ ਕੁਝ ਕਾਰਨ ਪਿਛਲੇ ਦਿਨਾਂ 'ਚ ਆ ਨਾ ਸਕੀ, ਪਰ ਅੱਜ ਉਹਨਾਂ ਨੂੰ ਮਿਲ ਗਈ ਹੈ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਾਂਚੀ ਟੀਵੀ ਦੀ ਮੈਨੇਜਮੈਂਟ ਟੀਮ ਕਰਦੀ ਹੈ। ਔਰ ਇਸ ਦੇ ਨਾਲ ਲੱਗਦਾ ਹੈ ਇੱਕ ਵਾਰ ਫਿਰ ਆਪਾਂ ਅੱਜ ਦੇ ਦਾਨੀ ਸੱਜਣ ਜੀਤ ਰਾਮ ਜੀ, ਵੈਸਟ ਪ੍ਰੋਮਿਜ ਨਿਵਾਸੀ, ਇਹਨਾਂ ਨੇ 100 ਪਾਉਂਡ ਅੱਜ ਦਾਨ ਦਿੱਤਾ ਹੈ। ਉਹਨਾਂ ਦੇ ਨਾਲ ਲੱਗਦਾ ਹੀ ਚੰਨਾ ਕੇਟਰ ਜੋ ਕਿ ਵੈਸਟ ਪ੍ਰੋਮਿਜ ਵਿੱਚ ਹਨ, ਇਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਔਰ 100 ਪਾਉਂਡ ਨਹੀਂ ਦਾਨ ਕਾਂਚੀ ਟੀਵੀ ਨੂੰ ਕੀਤਾ ਹੈ। ਔਰ ਇਹਨਾਂ ਦਾ ਆਪਾਂ ਕਾਂਚੀ ਟੀਵੀ ਦੀ ਮੈਨੇਜਮੈਂਟ ਟੀਮ ਔਰ ਦਾਸ ਵੀ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ। ਔਰ ਇਸ ਦੇ ਨਾਲ ਲੱਗਦਾ ਹੀ ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਹੁਸਨ ਲਾਲ ਚੌਹਾਨ ਜੀ ਸਾਨੂੰ ਯਾਦ ਕਰ ਰਹੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦ ਜੀ ਆਪ ਜੀ ਦਾ। ਔਰ ਮੋਹਨ ਲਾਲ ਚੰਕੜੀਆ ਜੀ, ਬਿਕਰਦਾਸ ਚੌਹਾਨ ਜੀ, ਸੋਹਨ ਪ੍ਰਕਾਸ਼ ਜੀ ਬਰਮਿੰਗਮ ਤੋਂ ਬਹੁਤ ਬਹੁਤ ਧੰਨਵਾਦ ਜੀ। ਪ੍ਰਕਾਸ਼ ਕੌਰ ਜੀ, ਆਪਣੇ ਤਰਸੇਮ ਬੰਗੜ ਜੀ ਬੈਡਫੋਰਡ ਤੋਂ, ਬਲਵਿੰਦਰ ਬਿੱਟੂ ਜੀ ਵੀ ਫੋਨ ਕਰ ਰਹੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਜਾਣਦੇ ਹੋ ਮਿਸ਼ਨਰੀ ਗਾਇਕ ਔਰ ਇਨੀ ਵੀ ਹੁਣ ਵਾਪਸੀ ਇਹਨਾਂ ਦੀ ਇੰਡੀਆ ਨੂੰ ਹੈ ਔਰ ਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਇਸੇ ਤਰ੍ਹਾਂ ਜੋ ਵੀ ਇਨੀ ਸੇਵਾ ਕਰ ਰਹੇ ਹਨ ਕੌਮ ਦੀ, ਇਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ। ਤਿਲਕਰਾਜ ਸ਼ੀਮਾ ਜੀ, ਹਰਬੰਸ ਲਾਲ ਬਾਗਾ ਜੀ ਵੀ ਯਾਦ ਕਰ ਰਹੇ ਹਨ। ਗੁਰੂ ਰਵਿਦਾਸ ਮਹਾਰਾਜ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਸੇ ਤਰ੍ਹਾਂ ਆਪਾਂ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਹੰਸਰਾਜ ਜੀ ਹੋਣਾ ਦੇ ਔਰ ਡਾਕਟਰ ਅਜੇ ਬੱਦਨ ਜੀ ਔਰ ਹੁਣੇ ਆਪਾਂ ਆਤਮਾ ਬੈਦੀ ਜੀ ਔਰ ਤੇਜਿੰਦਰ ਤੇਜੀ ਜੀ ਹੋਣਾ ਦੇ ਵਿਚਾਰ ਸੁਣੇ, ਬਹੁਤ ਹੀ ਅੱਛੇ ਵਿਚਾਰ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸੁਣਦੇ ਹਾਂ ਆਪਾਂ ਇੱਕ ਧਾਰਮਿਕ ਗੀਤ ਜੋ ਕਿ ਗਾ ਰਹੇ ਹਨ ਵਿਬਸ, ਗੁਰਪ੍ਰੀਤ ਭਾਤੀਆ ਜੀ ਹੋਣਾ ਦੀ ਲੜਕੀ ਔਰ ਉਪਾਸ਼ਕ ਜੀ ਹੋਣਾ ਦੀ ਪੋਤੀ ਜੀ।
जिंदगी मेरी तेरे चरनां च जिंदगी मेरी तेरी पूजा है बंदगी मेरी तेरे चरनां च जिंदगी मेरी तेरे चरनां च जिंदगी मेरी तेरी पूजा है बंदगी मेरी तेरे चरनां च जिंदगी मेरी। तेरा दीदार मेरी मंजिल है तेरा दीदार मेरी मंजिल है तू ही करने राहबरी मेरी तू ही करने राहबरी मेरी तेरी पूजा है बंदगी मेरी तेरे चरनां च जिंदगी मेरी मेरे श्वासां दा आसरा तू मेरे श्वासां दा आसरा तू होर होवेगी की खुशी मेरी होर होवेगी की खुशी मेरी तेरी पूजा है बंदगी मेरी तेरे चरनां च जिंदगी मेरी तेरा मिलना खुदा दा मिलना तेरा मिलना खुदा दा मिलना मान कर दे ऐ शायरी मेरी मान कर दे ऐ शायरी मेरी तेरी पूजा है बंदगी मेरी तेरे चरनां च जिंदगी मेरी तेरे चरनां च जिंदगी मेरी तेरे चरनां च जिंदगी मेरी। ਗੁਰਪ੍ਰੀਤ ਸਾਧ ਸਿੰਘ ਜੀ ਇਹ ਸਨ ਵਿਬਸ ਜੋ ਕਿ ਗੁਰਪ੍ਰੀਤ ਭਾਟੀਆ ਜੀ ਉਹਨਾਂ ਦੀ ਲੜਕੀ ਔਰ ਉਪਾਸ਼ਕ ਜੀ ਉਹਨਾਂ ਦੀ ਇਹ ਪੋਤੀ। ਇਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਨਾਲ ਲੱਗਦਾ ਹੀ ਮੈਂ ਮਨਿੰਦਰ ਲਾਲ ਚੌਹਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਵਰਿੰਦਰ ਸੁਮਨ ਜੀ ਜਰਮਨੀ ਤੋਂ ਫੋਨ ਕਰਦੇ ਹਨ। ਪਰਮਜੀਤ ਮਾਰਾਥੋਨਾ ਗ੍ਰੀਸ ਤੋਂ,
ਰਜਿੰਦਰ ਰੱਤੂ ਜੀ ਜਰਮਨੀ ਤੋਂ, ਹੋਰ ਸਾਰੇ ਹੀ ਪ੍ਰਬੰਧਕ ਮੈਨੇਜਮੈਂਟ ਟੀਮ, ਰਮੇਸ਼ ਕਲੇਰ ਜੀ, ਬਲਵੀਰ ਕਲੇਰ, ਹੰਸਰਾਜ ਪੰਗਾ ਜੀ, ਭੋਲੀ ਰੰਦਾਵਾ ਜੀ, ਔਰ ਹੋਰ ਸਾਰੇ ਹੀ ਪ੍ਰਬੰਧਕ ਕਾਂਸ਼ੀ ਟੀਵੀ ਦੇ ਮੈਨੇਜਮੈਂਟ, ਸਾਰੇ ਹੀ ਦਾਨੀ ਸੱਜਣਾ ਦਾ, ਜੋ ਕਿ ਸਾਡੇ ਜੀਤ ਰਾਮ ਜੀ ਅੱਜ ਆਪ ਚੱਲ ਕੇ ਸਟੂਡੀਓ ਵਿੱਚ ਆਏ, ਔਰ ਚੰਨਾ ਕੇਟਰਿੰਗ ਵਾਲੇ ਉਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਲਿਆਂਦੇ, ਔਰ ਨਾਲ ਹੀ ਦਾਨੀ ਸੱਜਣਾ ਨੇ 100-100 ਪਾਉਂਡ ਦਿੱਤੇ। ਹੋਰ ਵੀ ਮੈਨੇਜਮੈਂਟ ਟੀਮ, ਹਰਬੰਸ ਲਾਲ ਜੀ ਦਾ, ਜੋ ਕਿ ਇਟਲੀ ਵਿੱਚ ਉਹਨਾਂ ਦੀ ਮਾਇਆ ਅੱਜ ਮਿਲ ਗਈ ਹੈ, ਔਰ ਸਾਰੇ ਹੀ ਦਾਨੀ ਸੱਜਣਾ ਦਾ ਇੰਨੀ ਧੰਨਵਾਦ ਕਰਨਾ ਚਾਹੁੰਦੇ ਹਨ। ਹੋਰ ਨਾਲ ਲੱਗਦਾ ਪਵਨ ਗੱਡੂ, ਜਸਵੰਤ ਕਲੇਰ ਜੀ, ਰਿਸ਼ਵ ਨਈਰ ਜੀ, ਦੇਸ਼ ਰਾਜ ਜੀ, ਹੋਰ ਗੁਰੂ ਪਿਆਰੀ ਸਾਧ ਸੰਗਤ ਜੀ। ਅੰਤ ਵਿੱਚ 10 ਆਪਾਂ ਸ਼ੋਅ ਦੇ ਸਮਾਪਤੀ ਦੇ ਨਜ਼ਦੀਕ ਜਾ ਰਹੇ ਹਾਂ, ਔਰ ਗੁਰੂ ਪਿਆਰੀ ਸਾਧ ਸੰਗਤ ਜੀ ਸਾਰਿਆਂ ਨੂੰ ਮੈਨੇਜਮੈਂਟ ਟੀਮ ਬੇਨਤੀ ਕਰਦੀ ਹੈ ਕਿ ਤੁਸੀਂ ਕੱਲ੍ਹ ਸਟੂਡੀਓ ਦੇ ਵਿੱਚ ਜੋ ਕਿ ਮੀਟਿੰਗ ਰੱਖੀ ਗਈ ਹੈ 3 ਵਜੇ, ਸਾਰੇ ਹੀ ਸੰਗਤ ਨੂੰ ਬੇਨਤੀ ਹੈ ਕਿ ਆਪ ਆਓ, ਆਪਣੇ ਵਿਚਾਰ ਤੁਸੀਂ ਮੈਨੇਜਮੈਂਟ ਟੀਮ ਅੱਗੇ ਰੱਖੋ। ਗੁਰੂ ਪਿਆਰੀ ਸਾਧ ਸੰਗਤ ਜੀ, ਅੰਤ ਵਿੱਚ ਆਪਾਂ ਸ਼ੋਅ ਦੇ ਨਜ਼ਦੀਕ ਜਾ ਰਹੇ ਹਾਂ, ਔਰ ਇੱਕ ਹੋਰ ਆਪਾਂ ਆਪ ਜੀ ਦੇ ਅੱਗੇ ਇੱਕ ਪਿਆਰਾ ਧਾਰਮਿਕ ਗੀਤ ਰੱਖਾਂਗੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੰਤ ਵਿੱਚ ਆਪ ਜੀ ਨੂੰ ਮੈਂ ਜੈ ਗੁਰਦੇਵ ਬੁਲਾਵਾਂਗਾ, ਕਬੂਲ ਕਰੋ ਜੀ। ਜੈ ਗੁਰਦੇਵ।